ਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਯੂਕੇ NRI ਸਰਵਿਸਿਜ਼ ਲੈ ਕੇ ਤੁਹਾਡੀ ਸੇਵਾ ਵਿੱਚ ਹੋ ਗਏ ਹਾਜ਼ਰ ਤੇ ਬਿਲਕੁਲ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਆਉਂਦੀਆਂ ਨੇ ਪ੍ਰੋਪਰਟੀਜ਼ ਨੂੰ ਲੈ ਕੇ ਇਹਨਾਂ ਸਾਰੀਆਂ ਕੀ ਹਾਲਾਤ ਨੇ ਅੱਜ ਪ੍ਰੋਪਰਟੀਜ਼ ਨੂੰ ਲੈ ਕੇ। ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਬੇਸ਼ੱਕ ਮਸਲਾ ਤਾਂ ਇਸ ਸਮੇਂ ਦੇ ਉੱਤੇ ਬਹੁਤ ਵੱਡਾ ਖੜਾ ਹੋਇਆ ਆ ਤੇ ਹਰ ਇੱਕ ਨੂੰ ਆਪੋ ਆਪਣੀ ਜ਼ਮੀਨ ਬਚਾਉਣ ਦੀ ਲੱਗੀ ਹੋਈ ਆ। ਕਿਉਂਕਿ ਜਿਹੜੇ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਲੈ ਕੇ ਜੋ ਕੁਝ ਹੋ ਸਕਦਾ ਆ ਉਹਨਾਂ ਦਾ ਕਿੱਦਾਂ ਦਾ ਅਸਰ ਹੋ ਸਕਦਾ ਆ ਇਹ ਸਾਰਿਆਂ ਨੂੰ ਪਤਾ ਹੀ ਹੈਗਾ ਆ। ਪਰ ਪੰਜਾਬ ਛੱਡ ਕੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਆਏ ਆ ਤੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਪੰਜਾਬ ਦੀ ਮਿੱਟੀ ਦੇ ਨਾਲ ਮੋਹ ਉਨਾ ਹੀ ਜ਼ਿਆਦਾ ਵਧਿਆ ਕਿਉਂਕਿ ਜਦੋਂ ਦੂਰ ਕਿਤੇ ਇਸ ਚੀਜ਼ ਦੇ ਉੱਤੇ ਹੁੰਨੇ ਆ ਤਾਂ ਉਹਦੇ ਨਾਲ ਮੋਹ ਵੱਧਦਾ ਜਾਂਦਾ ਆ। ਤੇ ਪੰਜਾਬ ਤੋਂ ਬਾਹਰ ਆ ਕੇ ਹੱਡ ਭਰਵੀਂ ਮਿਹਨਤ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਜੋ NRI ਵੀਰ ਸੀਗੇ ਉਹਨਾਂ ਨੇ ਜ਼ਮੀਨਾਂ ਖਰੀਦੀਆਂ, ਆਪਣੇ ਕੀ ਕਹਿੰਦੇ ਹੁੰਦੇ ਬਈ ਤਕੜੇ ਮਹਿਲ ਮਨਾਰੇ ਜਿਹੜੇ ਆ ਖੜੇ ਕੀਤੇ। ਪਰ ਹੁਣ ਬੱਚੇ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਵੱਲ ਨੂੰ ਰੁੱਖ ਨਹੀਂ ਕਰ ਰਹੇ ਹੈਗੇ ਤੇ ਉਹ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਵੇਚਣ ਸਾਂਭਣ ਕਰਨ ਦੇ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਨੇ। ਤੇ ਯੂਕੇ NRI ਸਰਵਿਸਿਜ਼ ਵੱਲੋਂ ਇੱਕ ਬਹੁਤ ਵਧੀਆ ਸੇਵਾ ਤੁਹਾਡੇ ਲਈ ਕੀਤੀ ਜਾ ਰਹੀ ਆ, ਉਪਲਬਧ ਸੇਵਾ ਆ। ਉਸ ਸਾਰੀਆਂ ਚੀਜ਼ਾਂ ਦੇ ਉੱਤੇ ਚਾਨਣ ਪਾਉਣ ਦੇ ਲਈ ਸਾਡੇ ਵੀਰ ਤੇਜ ਸਿੰਘ ਜੀ ਠਕਰਾਲ ਸਾਹਿਬ ਆਏ ਨੇ ਸਟੂਡੀਓ ਵਿੱਚ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਤੀ ਭਾਜੀ, ਥੈਂਕ ਯੂ ਸੋ ਮਚ ਤੁਹਾਡੇ ਵਾਰਮਿੰਗ ਵੈਲਕਮ ਦਾ ਤੇ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਜੀ। ਬਿਲਕੁਲ, ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਜਿੱਥੇ ਕਿਤੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਕਿਉਂਕਿ ਜਿੱਥੇ ਇਹ ਜਿਹੜੀ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਆ। ਸਾਨੂੰ ਪਤਾ ਆ ਕਿ ਬੇਸ਼ੱਕ ਥੋੜ੍ਹੀ ਬਹੁਤੀ ਖੁੱਲ੍ਹ ਖੇਲ ਹੋਈ ਆ ਯੂਕੇ ਦੇ ਵਿੱਚ, ਲੋਕਡਾਊਨ ਨੂੰ ਲੈ ਕੇ ਥੋੜ੍ਹੀ ਬਹੁਤੀ ਢਿੱਲ-ਮੱਠ ਹੋਈ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਬਿਮਾਰੀ ਤੋਂ ਆਜ਼ਾਦ ਹੋ ਗਏ ਆ, ਅਸੀਂ ਉਸ ਬਿਮਾਰੀ ਦੇ ਉੱਤੇ ਕਾਬੂ ਪਾ ਲਿਆ। ਸਾਰਿਆਂ ਨੇ ਆਪਣੇ ਆਂਢ ਗੁਆਂਢ ਦਾ ਤੇ ਗਵਰਨਮੈਂਟ ਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਨਾਂ ਦਾ ਖਿਆਲ ਜ਼ਰੂਰ ਰੱਖਣਾ ਹੈਗਾ ਆ। ਤੇ ਅੱਜ ਅਸੀਂ ਵੀ ਬੇਸ਼ੱਕ ਭਾਜੀ ਹੁਣੀ ਲੰਡਨ ਤੋਂ ਚੱਲ ਕੇ ਆਏ ਆ ਤੇ ਪਰ ਅਸੀਂ ਵੀ ਅੱਜ ਇੰਨੀ ਕੁ ਦੂਰੀ ਤੇ ਬੈਠੇ ਆ, ਲੱਗ ਇੱਦਾਂ ਹੀ ਰਿਹਾ ਕਿ ਭਾਜੀ ਹੁਣੀ ਲੰਡਨ ਤੋਂ ਹੀ ਪ੍ਰੋਗਰਾਮ ਕਰ ਰਹੇ ਆ। ਭਾਜੀ KTV ਦੇ ਸਟੂਡੀਓ ਵਿੱਚ ਤੁਹਾਡਾ ਸਵਾਗਤ ਹੈ। ਤੇ ਨਾਲ ਦੀ ਨਾਲ ਸਾਨੂੰ ਪਤਾ ਹੀ ਆ, ਸਭ ਤੋਂ ਪਹਿਲਾ ਸਵਾਲ ਕਿ ਲੋਕਡਾਊਨ ਯੂਕੇ ਦਾ ਕਰੋਨਾ ਨੇ ਕਿਤੇ ਨਾ ਕਿਤੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀਆਂ ਪਈਆਂ ਜ਼ਮੀਨਾਂ ਨੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਹਲਚਲ ਕੀਤੀ ਜਾਂ ਨਹੀਂ ਭਾਜੀ? ਬਿਲਕੁਲ ਕੀਤੀ ਹੈ ਜੀ, ਕਿਉਂਕਿ ਇੱਥੇ ਜਦੋਂ ਲੋਕਡਾਊਨ ਹੋਇਆ ਸੀ ਤੇ ਉੱਥੇ ਬੈਠੇ ਰਿਸ਼ਤੇਦਾਰ ਜਿਨ੍ਹਾਂ ਦੀ ਦਿਮਾਗ ਦੇ ਵਿੱਚ ਐਸੀ ਕੋਈ ਚੀਜ਼ ਹੈਗੀ ਸੀ ਕਿ ਆਪਾਂ ਕੁਝ ਗਲਤ ਕਰਨਾ ਹੈਗਾ, ਉਹਨਾਂ ਨੂੰ ਮੌਕਾ ਮਿਲ ਗਿਆ ਕਿਉਂਕਿ ਉਹਨਾਂ ਦੇ ਰਿਸ਼ਤੇਦਾਰਾਂ ਨੇ ਇੱਥੇ ਨਹੀਂ ਸੀ ਆਉਣਾ ਤੇ ਜਿਹੜੇ ਜ਼ਮੀਨ ਤੇ ਕਬਜ਼ਾ ਲਾਉਣ ਦੀ ਬਣਾ ਕੇ ਬੈਠੇ ਹੋਏ ਸੀ, ਵਿਉਂਤ ਪਲੈਨਿੰਗ ਕਰਕੇ ਬੈਠੇ ਹੋਏ ਸੀ ਤੇ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਕਿ ਇਹਨਾਂ ਨੇ ਤੇ ਆਉਣਾ ਨਹੀਂ ਫਲਾਈਟਾਂ ਫੜ ਕੇ ਤੇ ਅਸੀਂ ਕੋਈ ਨਾ ਕੋਈ ਐਸੀ ਹਰਕਤ ਕਰ ਦਈਏ ਜਿਹਦੇ 'ਚ ਉਹ ਫੋਲੋ ਅਪ ਨਾ ਕਰ ਸਕਣ ਆਪਣੀ ਪ੍ਰੋਪਰਟੀ ਤੇ ਉਹ ਪ੍ਰੋਪਰਟੀ ਦੇ ਉੱਤੇ ਜਿਹੜਾ ਰਿਸ਼ਤੇਦਾਰ ਹੈਗਾ, ਜਿਹੜਾ ਫੋਰ ਦਾ ਟਾਈਮ ਬੀਇੰਗ ਲਈ ਜਿਹਨੂੰ ਅਮਾਨਤ ਦੇ ਤੌਰ ਤੇ ਦਿੱਤੀ ਸੀ ਤੇ ਉਹਦੇ 'ਚ ਖਿਆਨਤ ਉਹ ਕਰ ਗਿਆ। ਤੇ ਇੱਦਾਂ ਦੇ ਕਈ ਸਾਰੇ ਕੇਸਿਸ ਜਿਹੜੇ ਆ ਉਹ ਸਾਹਮਣੇ ਆਏ ਹੈਗੇ ਆ। ਤੇ ਵਿੱਚ ਜਦੋਂ ਲੋਕਡਾਊਨ ਖੁੱਲਿਆ ਸੀ ਤੇ ਕਈ ਲੋਕਾਂ ਨੇ ਜਾ ਕੇ ਉੱਥੇ ਹੈਂਡਲ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਪਰ ਇਹ ਚੀਜ਼ ਟਾਈਮ ਮੰਗਦੀ ਹੈਗੀ ਹੈ ਤੇ ਸ਼ਾਰਟ ਟਾਈਮ ਦੇ ਵਿੱਚ ਤੁਸੀਂ ਇੱਦਾਂ ਦੇ ਮਸਲਿਆਂ ਨੂੰ ਹੱਲ ਤੇ ਦੂਰ ਦੀ ਗੱਲ ਹੈਗੀ ਆ, ਫੋਲੋ ਅਪ ਹੀ ਨਹੀਂ ਕਰ ਸਕਦੇ। ਤੇ ਜਦ ਕਿ ਹੁਣ ਪ੍ਰੋਬਲਮ ਇਹ ਆਈ ਹੈਗੀ ਹੈ ਕਿ ਫਿਲਹਾਲ ਤੇ ਟਰੈਵਲ ਤੇ ਬੈਨ ਹੈਗਾ ਹੀ, ਪਰ ਲੋਕੀ ਜਾ ਸਕਦੇ ਆ ਉੱਥੇ। ਇੰਡੀਆ ਦੇ ਹਾਲਾਤਾਂ ਦੇ ਮੱਦੇਨਜ਼ਰ ਮੈਂ ਇਹ ਰეკਮੈਂਡ ਕਰਾਂਗਾ ਕਿ ਹਲੇ ਜੇ ਤੁਹਾਨੂੰ ਜ਼ਰੂਰੀ ਕੰਮ ਨਹੀਂ ਹੈਗਾ ਤੇ ਤੁਸੀਂ ਉੱਥੇ ਨਾ ਜਾਓ। ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਸਾਹਮਣੇ ਆ ਰਹੀ, ਤੁਹਾਨੂੰ ਲੱਗ ਰਿਹਾ ਕਿ ਇੱਦਾਂ ਦਾ ਕੋਈ ਕੰਮ ਹੋ ਸਕਦਾ ਤੇ ਤੁਸੀਂ ਜ਼ਰੂਰ ਜਿਹੜਾ ਸਾਨੂੰ ਕੰਟੈਕਟ ਕਰ ਸਕਦੇ ਹੋ। ਜਾਂ ਜਿਹੜੇ ਵੀ ਅਦਾਰੇ ਹੈਗੇ ਤੁਹਾਨੂੰ ਲੱਗਦਾ ਤੁਹਾਨੂੰ ਜ਼ਿਆਦਾ ਨੌਲੇਜ ਹੈਗੀ ਹੈ ਤੇ ਤੁਸੀਂ ਉਹਨਾਂ ਅਦਾਰਿਆਂ ਨੂੰ ਕੰਟੈਕਟ ਕਰ ਸਕਦੇ ਹੋ, ਅਸੀਂ ਇਹ ਕਹਿਣਾ ਚਾਹਾਂਗੇ। ਬਿਲਕੁਲ, ਕਿਉਂਕਿ ਪ੍ਰੋਪਰਟੀ ਜਿਹੜੀਆਂ ਮਿਹਨਤ ਦੇ ਨਾਲ ਕੀਤੀ ਹੋਈ ਕਮਾਈ ਤੇ ਉਸ ਕਮਾਈ ਦੇ ਨਾਲ ਖਰੀਦੀਆਂ ਹੋਈਆਂ ਉਹ ਜ਼ਮੀਨਾਂ ਜਾਇਦਾਦਾਂ, ਚਾਹੇ ਉਹ ਪਲਾਟ ਲੈ ਕੇ ਉਹਨਾਂ ਦੇ ਵਿੱਚ ਬਣਾਏ ਹੋਏ ਮਕਾਨ ਨੇ, ਦੁਕਾਨਾਂ ਨੇ, ਸਾਰਾ ਕੁਛ ਆ। ਤੇ ਤੁਸੀਂ ਗੱਲ ਕੀਤੀ ਕਿ ਕਿਤੇ ਨਾ ਕਿਤੇ ਰਿਸ਼ਤੇਦਾਰਾਂ ਦਾ, ਚਲੋ ਰਿਸ਼ਤੇਦਾਰਾਂ ਦਾ ਕਾਹਨੂੰ ਕਹਿੰਦੇ ਨੇ ਕਿ ਜਿਹੜੇ ਕੋਈ ਉੱਥੇ ਕੋਈ ਚਾਹੇ ਕਿਰਾਏਦਾਰ ਵੀ ਰੱਖਿਆ ਸੀਗਾ ਉਹਨਾਂ ਦਾ ਕਿਤੇ ਨਾ ਕਿਤੇ ਸੂਤ ਆਇਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੇ ਆਪਾਂ ਹੁਣ ਤੱਕ ਦੇ ਆਪਾਂ ਕੇਸਾਂ ਦੀ ਗੱਲ ਕਰਦੇ ਹਾਂ ਤਾਂ ਵੱਧ ਜਿਹੜੇ ਕੇਸ ਨੇ ਉਹ ਕਿਸ ਚੀਜ਼ ਨੂੰ ਲੈ ਕੇ ਆ ਰਹੇ ਨੇ ਭਾਜੀ? ਦੇਖੋ, ਜਿਹੜੇ ਵੱਧ ਤੇ ਕੇਸ ਕਬਜ਼ੇ ਦੇ ਹੀ ਹੁੰਦੇ। ਜਿਹੜੇ ਰੌਲਾ ਜਿਹੜਾ ਹੁੰਦਾ ਆ ਉਹ ਕਬਜ਼ੇ ਦੇ ਕੇਸਾਂ ਦਾ ਹੀ ਹੁੰਦਾ ਕਿ ਜ਼ਮੀਨ ਹਾਲੇ ਤੇ ਦਿੱਤੀ ਸੀ, ਹਾਲਾ ਦੇਣਾ ਬੰਦ ਕਰਤਾ, ਉਹ ਤੋਂ ਬਾਅਦ ਕਬਜ਼ਾ ਹੀ ਕਰ ਲਿਆ, ਜਾਂ ਜ਼ਮੀਨ ਦੀ ਵੰਡ ਨਹੀਂ ਪਈ ਹੈਗੀ ਤੇ ਅਗਲਾ ਜਿਹੜਾ ਰਿਸ਼ਤੇਦਾਰ ਇਹਨਾਂ ਦਾ ਹੈਗਾ ਜਾਂ ਭਾਈਆਂ ਦੇ ਵਿੱਚੋਂ ਹੀ ਹੈਗਾ ਉਹ ਆਪਣੇ ਆਪ ਨੂੰ ਜ਼ਿਆਦਾ ਪਾਵਰਫੁਲ ਸਮਝਦਾ ਜਾਂ ਲੋਕਲ ਹੈਗਾ ਤੇ ਆਂਢ-ਗੁਆਂਢ ਦੇ ਜਿਹੜੇ ਪਾਵਰਫੁਲ ਬੰਦਿਆਂ ਨੂੰ ਰਲਾ ਕੇ ਕਬਜ਼ਾ ਕਰ ਲਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜੇ ਰਿਸ਼ਤੇਦਾਰ ਇਹਨਾਂ ਦੇ ਯੂਕੇ ਬੈਠੇ ਆ ਉਹਨਾਂ ਨੇ ਤੇ ਆਉਣਾ ਨਹੀਂ ਜਾਂ ਫੋਲੋ ਅਪ ਨਹੀਂ ਕਰਨਾ, ਤੇ ਜੇ ਆ ਵੀ ਗਏ ਤੇ ਫੋਰ ਦਾ ਟਾਈਮ ਬੀਇੰਗ ਲਈ ਆਉਣਾ ਤੇ ਜ਼ਰੂਰੀ ਥੋੜੀ ਵੀ ਇੱਥੇ 6 ਮਹੀਨੇ ਬੈਠੇ ਰਹਿਣਗੇ ਤੇ ਉਸ ਚੀਜ਼ ਨੂੰ ਫੋਲੋ ਅਪ ਕਰਨਗੇ। ਇਸ ਚੱਕਰ ਦੇ ਵਿੱਚ ਉਹਨਾਂ ਨੇ ਇਹ ਹਮਾਕਤ ਹੀ ਕਹੂੰਗਾ ਮੈਂ, ਕਿਉਂਕਿ ਕਿਸੇ ਦਾ ਜਿਹੜਾ ਹੱਕ ਮਾਰਨਾ ਹੈ ਇਹ ਕਿੱਥੋਂ ਦੀ ਚੰਗੀ ਗੱਲ ਹੈਗੀ ਆ। ਠੀਕ ਹੈ,
ਸਾਨੂੰ ਲੱਗਦਾ ਹੈ, ਪਰ ਜਦੋਂ ਸਾਨੂੰ ਮੌਕਾ ਮਿਲੇ ਤੇ ਆਪਾਂ ਹੱਕ ਕਿਸੇ ਦਾ ਮੰਨ ਲੱਗੀ, ਸਾਡਾ ਪ੍ਰੋਫਿਟ ਹੋਣ ਲੱਗੇ ਤੇ ਅਸੀਂ ਵੀ ਇੱਕ ਵਾਰ ਨਹੀਂ ਸੋਚਾਂਗੇ। ਪਰ ਇਹ ਚੀਜ਼ ਮਾੜੀ ਹੁੰਦੀ ਹੈ। ਕਿਸੇ ਨੇ ਆਪਣੇ ਜ਼ਮੀਨ ਜਾਇਦਾਦ, ਪੁਸ਼ਤੈਨੀ ਜ਼ਮੀਨ ਲੈ ਲਓ ਜੀ ਜੀ, ਪੁਸ਼ਤੈਨੀ ਜ਼ਮੀਨ, ਹੁਣ ਪੁਸ਼ਤਾਂ ਚੋਂ ਕਿਸੇ ਨੇ ਤਾਂ ਮਿਹਨਤ ਕੀਤੀ ਸੀਗੀ ਨਾ, ਬਿਲਕੁਲ ਬਿਲਕੁਲ, ਉਹ ਮਿਹਨਤ ਮਿਲਦੀ ਹੁੰਦੀ ਇਹਨਾਂ ਦੇ ਹੱਕ ਚ ਆਈ ਹੈਗੀ ਹੈ, ਜਾਂ ਇਹਨਾਂ ਨੇ ਪੈਸੇ ਪਾ ਕੇ ਜ਼ਮੀਨ ਲਈ ਹੈਗੀ ਹੈ। ਦੂਜੀ ਪ੍ਰੋਬਲਮ ਹੈਗੀ ਹੈ ਕਿ ਉਹੀ NRIs ਜਿਨ੍ਹਾਂ ਦੀਆਂ ਜ਼ਮੀਨਾਂ ਵੀ ਹੈਗੀਆਂ, ਉਹਨਾਂ ਦੇ ਕਿਤੇ ਨਾ ਕਿਤੇ ਘਰ ਵੀ ਹੈਗੇ ਆ ਸ਼ਹਿਰਾਂ ਦੇ ਵਿੱਚ। ਮੋਸਟਲੀ ਮੈਂ ਕਹਾਂਗਾ 70% ਲੋਕਾਂ ਦੇ ਹੈਗੇ ਆ, 30% ਜਿਹੜੇ ਹੈਗੇ ਸ਼ਹਿਰੀ ਜਿਨ੍ਹਾਂ ਦੇ ਘਰ ਹੈਗੇ ਆ ਤੇ ਜ਼ਮੀਨਾਂ ਨਹੀਂ ਹੈਗੀਆਂ, ਉਹ 30% ਕੈਟੇਗਰੀ ਜਾਂਦੇ ਹੈਗੇ ਆ। ਤੇ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਜਿਨ੍ਹਾਂ ਨੇ ਕਿਰਾਏ ਤੇ ਚੜਾਈਆਂ ਸੀਗੀਆਂ ਤੇ ਉਹਦੇ ਤੇ ਵੀ ਜਿਹੜਾ ਇਦਾਂ ਦੇ ਹਾਲਾਤ ਬਣੇ ਹੋਏ। ਮੈਂ ਕੋਵਿਡ ਕਰਕੇ ਨਹੀਂ ਕਹਾਂਗਾ ਕਿ ਉਹ ਹੁਣ ਆ ਕੇ ਇਹ ਪ੍ਰੋਬਲਮ ਹੋਈ ਆ, ਹੁਣ ਆ ਕੇ ਸਗੋਂ ਜਿਹੜੇ ਉਹ ਕਿਰਾਏਦਾਰ ਪੁਰਾਣੇ ਹੀ ਕਬਜ਼ਾ ਕਰਕੇ ਬੈਠੇ ਹੋਏ ਸੀ, ਉਹਨਾਂ ਨੂੰ ਥੋੜਾ ਹੌਸਲਾ ਮਿਲਿਆ ਕਿ ਹੁਣ ਤਾਂ ਸਾਡਾ ਕੰਮ ਪੱਕਾ ਹੀ ਹੋਈ ਜਾਂਦਾ ਹੈਗਾ ਜੀ। ਸੋ ਇੱਥੇ ਪ੍ਰੋਬਲਮ ਉਦੋਂ ਆਉਂਦੀ ਹੈਗੀ ਹੈ ਕਿ ਜਦੋਂ ਸਾਡੇ ਕੋਲ ਇਹੀ ਸਰਕਮਸਟੈਂਸਿਸ 'ਚ ਫਸੇ ਹੋਏ ਲੋਕ, ਸਾਡੇ NRI ਵੀਰ ਬਹੁਤ ਦੇਰ ਬਾਅਦ ਆਉਂਦੇ ਆ, ਬਹੁਤ ਟਾਈਮ ਪਾ ਕੇ ਆਉਂਦੇ ਕਿ 4 ਸਾਲ ਹੋ ਗਏ ਆ ਜੀ ਇਸ ਚੀਜ਼ ਨੂੰ ਚੱਲਦੇ ਨੂੰ, ਅਸੀਂ ਇਹਦੇ ਤੇ ਫੋਲੋ ਅਪ ਨਹੀਂ ਲਿਆ, ਨਾ ਹੀ ਕੋਈ ਕੰਪਲੇਂਟ ਕੀਤੀ ਹੈ, ਨਾ ਹੀ ਕੋਈ ਫਾਰਮਲ ਕੰਪਲੇਂਟ ਕਿਸੇ ਤਰੀਕੇ ਦੀ ਪਾਈ, ਨਾ ਹੀ ਰਿਕੁਐਸਟ ਪਾਈ ਹੈ, ਕੁਝ ਨਹੀਂ ਕੀਤਾ ਤੇ ਉਹ ਚੱਲਦੀ ਜਾ ਰਹੀ ਹੈ। ਗੱਲ ਤੁਹਾਡੀ ਟੁਕਦਾ ਵਿੱਚ ਹੈ ਕਿ ਸਭ ਤੋਂ ਪਹਿਲਾਂ ਤਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਵੋਇਡ ਕਰਨਾ, ਕਿੱਦਾਂ ਅਵੋਇਡ ਕਰ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ, ਇਹ ਬਾਅਦ ਦੀਆਂ ਗੱਲਾਂ। ਪਰ ਕੀ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਜਿੱਥੇ ਕਿ ਜਾ ਕੇ ਇਹ ਜਿਹੜੇ ਸਾਡੇ NRIs ਹੈਗੇ ਨੇ ਉੱਥੇ ਦਰਖਾਸਤ ਦੇ ਸਕਣ, ਜਾਂ ਉਹਨਾਂ ਦੇ ਨਾਲ ਕੋਈ ਗੱਲਬਾਤ, ਕੋਈ ਇਹੋ ਜਿਹੀ ਪਹਿਲੀ ਕੋਈ ਲਿਖਤ ਪੜ੍ਹਤ ਕਿਤੇ ਨਾ ਕਿਤੇ ਕੰਮ ਕਰਦੀ ਹੈ ਜਾਂ ਨਹੀਂ ਭਾਜੀ? ਸਭ ਤੋਂ ਪਹਿਲੀ ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਹਰ ਕੋਈ ਸੋਚਦਾ ਕਿ ਮੈਂ ਇਸ ਚੀਜ਼ ਨੂੰ ਆਪ ਹੈਂਡਲ ਕਰ ਸਕਦਾ, ਠੀਕ ਹੈ, ਕਿਉਂਕਿ ਹਰ ਇੱਕ ਨੂੰ ਹੁੰਦਾ ਹੈ ਕਿ ਮੇਰੇ 'ਚ ਇੰਨੇ ਗੁਣ ਹੈਗੇ ਆ, ਜਾਂ ਮੇਰੇ 'ਚ ਇੰਨੀ ਤਾਕਤ ਹੈਗੀ ਹੈ, ਜਾਂ ਮੈਂ ਪੈਸਾ ਹੈਗਾ ਮੇਰੇ ਕੋਲ, ਉਹ ਬੈਡ ਡੈਸ਼ ਟਾਈਪ ਦਾ ਬੰਦਾ ਹੈਗਾ ਵੀ ਮੈਂ ਆਈ ਕੈਨ ਹੈਂਡਲ ਐਨੀਥਿੰਗ। ਉਹ ਤੇ ਉੱਥੇ ਜਿਹੜੀ ਹੈ ਨਾ, ਉਹ ਜਿਹੜੀ ਗਲਤਫਹਿਮੀ ਹੁੰਦੀ ਆ ਉਹ ਖਰਾਬ ਕਰ ਜਾਂਦੀ ਹੈ ਕਿ ਤੁਸੀਂ ਆਪ ਹੈਂਡਲ ਕਰਨ ਦੀ ਕੋਸ਼ਿਸ਼ ਕਰਦੇ ਹੋ ਚੀਜ਼ਾਂ। ਸੋ ਅਗਲੇ ਬੰਦੇ ਨੇ ਤੁਹਾਨੂੰ ਆਲਰੇਡੀ ਅੰਡਰ ਐਸਟੀਮੇਟ ਕੀਤਾ ਹੁੰਦਾ ਆ ਜਾਂ ਨਹੀਂ ਕੀਤਾ ਹੁੰਦਾ, ਇਹ ਤਾਂ ਉਹਨੂੰ ਪਤਾ ਹੈਗਾ। ਪਰ ਜੇ ਉਹਨੇ ਤੁਹਾਡੀ ਪ੍ਰਾਪਰਟੀ ਤੇ ਕਬਜ਼ਾ ਕੀਤਾ ਨਾ, ਉਹਨੇ ਕੁਛ ਨਾ ਕੁਛ ਕੈਲਕੂਲੇਸ਼ਨ ਜ਼ਰੂਰ ਕੀਤੀ ਹੋਏਗੀ ਤੁਹਾਡੇ ਬਾਰੇ, ਵੀ ਜੇ ਤੁਸੀਂ ਉਹਨੂੰ ਵਾਪਸ ਆ ਕੇ ਕਹਿੰਦੇ ਆ ਨਾ ਕਿ ਸਲੈਪ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਵਾਪਸ ਆ ਕੇ ਹਿੱਟ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਮੈਂ ਕਿੱਦਾਂ ਉਹਦਾ ਜਿਹੜਾ ਆ ਤੋੜ ਕੱਢਾਂਗਾ। ਸਭ ਤੋਂ ਵੱਡੀ ਗੱਲ ਕਿਤੇ ਨਾ ਕਿਤੇ ਸਾਡੀ ਜਿਹੜੀ NRIs ਦੇ ਲੋਕਾਂ ਦੇ ਘਾਟ ਹੈਗੀ ਆ ਸਮਾਂ। ਸਾਡੇ ਕੋਲ ਸਮਾਂ ਨਹੀਂ ਹੈਗਾ, ਕਿਉਂਕਿ ਜੇ ਪੰਜਾਬ ਦੇ ਵਿੱਚ ਜੇ ਕੋਈ ਇਹੋ ਜਿਹੀ ਕੋਈ ਗੱਲ ਆਉਂਦੀ ਹੈ, ਕੋਈ ਡਿਸਪਿਊਟ ਦੇ ਉੱਤੇ ਤੁਸੀਂ ਜਾ ਕੇ ਕੰਮ ਕਰਨਾ ਚਾਹੁੰਦੇ ਆ, ਕੋਈ ਦੇਖਣ ਆਪਣੀ ਪ੍ਰੋਪਰਟੀ ਦੀ ਦੇਖਭਾਲ ਕਰਨੀ ਚਾਹੁੰਦੇ ਆ, ਕਿਸੇ ਤੋਂ ਛਡਵਾਉਣੀ ਚਾਹੁੰਦੇ ਆ, ਤਾਂ ਉਹਦੇ ਲਈ ਤਰੀਕ ਜਿਹੜੀ ਆ ਜਦੋਂ ਤੁਹਾਨੂੰ ਮਿਲਦੀ ਆ, ਫਿਰ ਕਿਸੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ 6 ਮਹੀਨੇ 8 ਮਹੀਨੇ ਜਾਂ 4 ਮਹੀਨੇ ਇੰਡੀਆ ਦੇ ਵਿੱਚ ਬੈਠ ਕੇ ਉਹਨਾਂ ਤਰੀਕਾਂ ਦੇ ਉੱਤੇ ਆਉਂਦਾ ਜਾਂਦਾ ਰਹੇ। ਸੋ ਉਹਨੂੰ ਤੁਸੀਂ ਕਿੱਦਾਂ ਹੈਂਡਲ ਕਰਦੇ ਭਾਜੀ? ਦੇਖੋ, ਅਸੀਂ ਸਭ ਤੋਂ ਸਾਫ਼ ਸੁਥਰਾ ਤਰੀਕਾ, ਲਾਸਟ ਟਾਈਮ ਵੀ ਤੁਹਾਡੀ ਮੇਰੀ ਗੱਲ ਹੋਈ ਸੀ, ਅਸੀਂ ਗੱਲਬਾਤ ਦੇ ਤਰੀਕੇ ਨਾਲ ਹੀ ਹੈਂਡਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ, ਕਿਉਂਕਿ ਜਦੋਂ ਅਸੀਂ ਸਿਸਟਮ 'ਚ ਪੈ ਜਾਂਦੇ ਆ ਨਾ, ਫਿਰ ਸਾਨੂੰ ਸਿਸਟਮ ਨਾਲ ਚੱਲਣਾ ਪੈਂਦਾ ਤੇ ਸਿਸਟਮ ਜਿਹੜਾ ਹੈਗਾ ਆ, ਉਹਨੇ ਆਪਣੇ ਸਿਸਟਮ ਨਾਲ ਚੱਲਣਾ ਹੈਗਾ, ਜੋ ਕਿ ਤੁਹਾਨੂੰ ਕਹਿੰਦਾ ਆ ਕਿ ਬਹਿ ਜਾਓ ਹੁਣ ਆਰਾਮ ਨਾਲ, ਰਿਲੈਕਸ ਕਰੋ। ਇਹ ਚੀਜ਼ ਨੂੰ ਹੁਣ ਟਾਈਮ ਲੱਗ ਜਾਣਾ ਹੈ, ਕਿਉਂਕਿ ਜਿਹੜਾ ਸਿਸਟਮ ਹੈਗਾ ਇੰਡੀਅਨ ਲੀਗਲ ਸਿਸਟਮ, ਠੀਕ ਹੈ, ਉਹਦੇ ਵਿੱਚ ਟਾਈਮ ਬਹੁਤ ਪੈਂਦਾ ਆ, ਟਾਈਮ ਬਹੁਤ ਲੱਗਦਾ ਆ, ਕਿਉਂਕਿ ਕੇਸਿਸ ਹੀ ਇੰਨੇ ਹੈਗੇ ਆ। ਐਂਡ ਫਿਰ ਅਗਲਾ ਬੰਦਾ ਤਰੀਕ ਤੇ ਨਹੀਂ ਆਇਆ, ਤਰੀਕ ਟੱਪ ਕੇ ਅੱਗੇ ਤਰੀਕ ਤੇ ਚਲ ਗਈ, ਇਹ ਸਿਲਸਿਲਾ ਚੱਲਦਾ ਜਾਂਦਾ ਐਂਡ ਤੁਸੀਂ ਇੰਪੇਸ਼ੈਂਟ ਹੋ ਜਾਂਦੇ ਹੋ ਜੀ। ਸੋ ਗਲਤੀ ਕਿਤੇ ਨਾ ਕਿਤੇ ਤੇ ਆਪਣੀ ਹੁੰਦੀ ਹੈ ਕਿ ਅਸੀਂ ਪਹਿਲਾਂ ਉਸ ਚੀਜ਼ ਨੂੰ ਦੇਖ ਰੇਖ ਨਹੀਂ ਕਰਦੇ, ਫੋਲੋ ਅਪ ਨਹੀਂ ਲੈਂਦੇ, ਸਾਡੀ ਪ੍ਰਾਪਰਟੀ ਕੋਈ ਨਹੀਂ, ਉਹਨੂੰ ਕਿਤੇ ਕੀ ਹੋ ਜਾਣਾ ਹੈ ਹਨਾ, ਤੇ ਉਹਨੂੰ ਆਪਾਂ ਇਦਾਂ ਹੀ ਛੱਡ ਦਿੰਦੇ ਆ। ਪਰ ਜਦੋਂ ਕਬਜ਼ਾ ਹੋ ਜਾਂਦਾ, ਫਿਰ ਆਪਾਂ ਪਹਿਲਾਂ ਦੇ ਟਾਈਮ ਲਾ ਦਿੰਦੇ ਆ ਰਿਐਕਟ ਕਰਨ ਲਈ, ਤੇ ਜਦੋਂ ਰਿਐਕਟ ਕਰ ਦਿੰਦੇ ਆ ਫਿਰ ਆਪਾਂ ਇੰਪੇਸ਼ੈਂਟ ਹੋ ਜਾਂਦੇ ਆ ਜੀ। ਪਰ ਇਹਦੇ ਵਿੱਚ ਤੁਹਾਡਾ ਜਿਹੜਾ ਹੈਗਾ, ਤੁਸੀਂ ਐਕਸ਼ਨ ਲੈਣ ਨਾਲੋਂ ਚੰਗਾ ਹੈ ਕਿਸੇ ਐਸੇ ਬੋਡੀ ਨੂੰ, ਜਿੱਦਾਂ ਆਪਾਂ ਹੈਂਡਲ ਕਰਦੇ ਆ। ਕਈ ਮੈਂ ਤੁਹਾਨੂੰ ਅੱਗੇ ਦੱਸਾਂਗਾ ਵੀ ਕਈ ਐਸੇ ਕੇਸਿਸ ਆਪਾਂ ਕਿਸੇ ਤਰੀਕੇ ਨਾਲ ਹੈਂਡਲ ਕੀਤੇ। ਅਸੀਂ ਗੱਲਬਾਤ ਦੇ ਤਰੀਕੇ ਨਾਲ ਹੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਿਹੜਾ ਥਰਡ ਪਰਸਨ ਹੈ ਨਾ, ਉਹਨੂੰ ਤੁਹਾਡੇ ਬਾਰੇ ਪਤਾ ਹੈ, ਕਿਉਂਕਿ ਤੁਹਾਡੀ ਪ੍ਰਾਪਰਟੀ ਤੇ ਕਬਜ਼ਾ ਕੀਤਾ, ਉਹਨੇ ਸਾਰੀ ਕੈਲਕੂਲੇਸ਼ਨ ਕੀਤੀ ਹੋਏਗੀ ਕਿ ਇਹ ਬੰਦਾ ਮੈਨੂੰ ਆਗੇ ਫੜਨ ਦੀ ਕੋਸ਼ਿਸ਼ ਕਰੇਗਾ, ਇਹ ਕਰੇਗਾ, ਉਹ ਕਰੇਗਾ, ਤੇ ਮੈਨੂੰ ਇਦਾਂ ਹੈਂਡਲ ਕਰਾਂਗਾ। ਪਰ ਸਾਡੇ ਬਾਰੇ ਇਹਨੂੰ ਨਹੀਂ ਪਤਾ ਜੀ। ਅਸੀਂ ਅਪਰੋਚ ਕੀ ਲਾ ਸਕਦੇ ਹਾਂ, ਕਿਤੇ ਥਰੂ ਗੱਲਬਾਤ ਕਰ ਸਕਦੇ ਹਾਂ, ਠੀਕ ਹੈ, ਕਿਉਂਕਿ ਹਰ ਨਹਿਲੇ ਦੇ ਉੱਤੇ ਇੱਕ ਦਹਿਲਾ ਜਿਹੜਾ ਉਹ ਪਾਵਰਫੁਲ ਹੁੰਦਾ ਆ, ਤੇ ਦਹਿਲੇ ਤੋਂ ਬਾਅਦ ਗੋਲਾ, ਬੇਗਮ, ਯੱਕਾ, ਠੀਕ ਹੈ। ਤੁਸੀਂ ਗੱਲ ਕੀਤੀ, ਮੈਂ ਤਾਂ ਭੁੱਲ ਗਿਆ ਕਿਉਂਕਿ ਬਾਦਸ਼ਾਹ ਜਿਹੜਾ ਆ ਮੇਰੇ ਹਿਸਾਬ ਨਾਲ ਯੱਕੇ ਤੋਂ ਵੀ ਉੱਪਰ ਹੁੰਦਾ। ਨਹੀਂ, ਇੱਕ ਚੀਜ਼ ਗੱਲ ਕੀਤੀ ਕਿ ਤੁਸੀਂ ਗੱਲਬਾਤ ਦੇ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਆ, ਉਹਦੇ ਰਾਹੀਂ ਹੀ ਗੱਲਬਾਤ ਕਰਦੇ ਆ। ਕੀ ਫਿਰ ਤੁਸੀਂ ਲੀਗਲ ਟੀਮਾਂ ਦੇ ਰਾਹੀਂ ਉਹਨਾਂ ਨੂੰ ਅਪਰੋਚ ਕਰਦੇ ਆ ਕਿ ਹਾਂ ਵੀ, ਕਿਉਂਕਿ ਗੱਲਬਾਤ ਦਾ ਸਿਸਟਮ ਤਾਂ ਇਹੀ ਹੋ ਸਕਦਾ, ਕਿਉਂਕਿ ਜੇ ਮੇਰੀ ਤੁਹਾਡੀ ਦੋ ਭਰਾ ਇੱਕ ਦੂਜੇ ਦੀ ਨਹੀਂ ਸੁਣ ਰਹੇ ਹੈਗੇ, ਤੀਜੇ ਬੰਦੇ ਦੀ ਸੁਣ ਰਹੇ ਆ, ਤਾਂ ਤੀਸਰੇ ਬੰਦੇ ਦਾ ਅਪਰੋਚ ਕਰਨ ਦਾ ਤਰੀਕਾ ਵੀ ਥੋੜਾ ਬਹੁਤਾ ਡਿਫਰੈਂਟ ਹੋਊਗਾ ਕਿ ਨਹੀਂ? ਮੈਂ ਸਿੰਪਲ ਜੀ ਐਗਜ਼ਾਮਪਲ ਦੇਣਾ। ਭਾਜੀ ਸਪੋਜ਼ ਕਰੋ ਤੁਸੀਂ ਮੇਰੀ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ। ਨਹੀਂ, ਮੈਂ ਨਹੀਂ ਕੀਤਾ ਭਾਜੀ, ਮੈਂ ਸਪੋਜ਼ ਵੀ ਨਹੀਂ ਕਰਦਾ, ਜਿਹੜਾ ਕੰਮ ਮੈਂ ਕਰਨਾ ਨਹੀਂ ਹੈਗਾ ਉਹ ਮੈਂ ਸਪੋਜ਼ ਵੀ ਨਹੀਂ ਕਰਦਾ ਭਾਜੀ। ਐਗਜ਼ਾਮਪਲ ਕਿਸੇ ਹੋਰ ਦੀ ਦਿਓ ਮੈਂ ਤੁਹਾਨੂੰ। ਚਲੋ ਫਰਜ਼ ਕਰੋ ਕਿਸੇ ਤੀਜੇ ਬੰਦੇ ਨੇ ਮੇਰੀ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ। ਹਾਂਜੀ, ਇਦਾਂ ਕਹੋ। ਹੁਣ ਉਹ ਬੰਦਾ ਆ, ਉਹਨੇ ਕਿਸੇ ਲੋਕਲ ਪੋਲੀਟੀਸ਼ੀਅਨ ਦੀ ਸਪੋਰਟ
ਸਪੋਰਟ ਦੇ ਨਾਲ ਇਹ ਚੀਜ਼ ਕਰਤੀ ਹੈ ਜੀ, ਲੋਕਲ ਪੋਲੀਟੀਸ਼ੀਅਨ ਹੋ ਗਿਆ, ਠੀਕ ਹੈ। ਹੁਣ ਸਪੋਜ਼ ਕਰੋ ਜਿਹਦੀ ਪ੍ਰਾਪਰਟੀ ਤੇ ਕਬਜ਼ਾ ਹੋਇਆ ਉਹਨੂੰ ਨਹੀਂ ਪਤਾ ਕਿ ਉਹਨੂੰ ਐਮਐਲਏ ਜਾਣਦਾ ਸੀ ਉਸ ਇਲਾਕੇ ਦਾ, ਓਕੇ ਠੀਕ ਹੈ, ਠੀਕ ਹੈ। ਇਹ ਚੀਜ਼ ਹੈਗੀ ਹੈ ਕਿ ਜਦੋਂ ਉਹਨੂੰ ਇਸ ਚੀਜ਼ ਦੀ ਰਿਅਲਾਈਜੇਸ਼ਨ ਹੋਣੀ ਹੈ ਨਾ ਕਿ ਜਿਹੜੀ ਪਾਵਰ ਦੇ ਸਿਰ ਤੇ ਤੂੰ ਇਲੀਗਲ ਕੰਮ ਕਰ ਰਿਹਾ, ਸਾਹਮਣੇ ਬੰਦੇ ਕੋਲ ਉਸ ਤੋਂ ਵੱਡੀ ਪਾਵਰ ਹੈਗੀ ਹੈ, ਉਹ ਬੰਦਾ ਹੌਲੀ ਹੌਲੀ ਬੈਕ ਆਫ ਕਰਨਾ ਸ਼ੁਰੂ ਕਰ ਦਿੰਦਾ। ਫਿਰ ਇੱਥੇ ਪ੍ਰੋਬਲਮ ਆਉਂਦੀ ਈਗੋ ਦੀ। ਈਗੋ ਨੂੰ ਰੈਜ਼ਿਸਟ ਕਰਨ ਨੂੰ ਉਹਨੂੰ ਟਾਈਮ ਲੱਗਦਾ ਹੈ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਮੈਂ ਹਾਰ ਗਿਆ, ਪਰ ਫਿਰ ਵੀ ਆਪਣੀ ਹਾਰ ਨਹੀਂ ਮੰਨਦਾ। ਸ਼ਰੀਕੇ ਭਾਈਚਾਰੇ ਦੇ ਵਿੱਚ ਬੇਇੱਜ਼ਤੀ ਬਹੁਤ ਜ਼ਿਆਦਾ ਆ। ਫਿਰ ਵੀ ਪਿਆਰ ਨਾਲ ਜਦੋਂ ਫਿਰ ਉਦੋਂ ਗੱਲ ਆਉਂਦੀ ਪਿਆਰ ਨਾਲ ਕਰਨ ਦੀ, ਵੀ ਦੇਖ ਤੂੰ ਇਹ ਚੀਜ਼ ਹਾਰ ਚੁੱਕਿਆ, ਗੇਮ ਹਾਰ ਚੁੱਕਿਆ, ਅਗਲੇ ਬੰਦੇ ਕੋਲ ਪਾਵਰ ਜ਼ਿਆਦਾ ਹੈਗੀ ਹੈ, ਤੁਸੀਂ ਇਹਨੂੰ ਛੱਡ ਦਿਓ, ਤੇਰਾ ਜੋ ਬਣਦਾ ਤੁਹਾਨੂੰ ਦੇਣ ਨੂੰ ਤਿਆਰ ਹੈਗੇ, ਤੂੰ ਇੰਨੀ ਦੇਰ ਰਿਹਾ ਇਸ ਪ੍ਰਾਪਰਟੀ ਤੇ, ਜਾਂ ਜਿਹੜਾ ਤੇਰਾ ਵੀ ਨੁਕਸਾਨ ਹੈਗਾ ਉੱਥੇ ਈਜ਼ੀਲੀ ਗੱਲ ਸੌਟ ਆਊਟ ਹੋ ਜਾਂਦੀ। ਔਰ ਇਹ ਪਰਖੀ ਹੋਈ ਗੱਲ ਹੈਗੀ ਆ, ਇਹ ਨਹੀਂ ਹੈਗਾ ਕਿ ਅਸੀਂ ਸਿਰਫ ਗੱਲਾਂ ਹੀ ਕਰ ਰਹੇ ਹਾਂ, ਇਹ ਪਰਖੀਆਂ ਹੋਈਆਂ ਗੱਲਾਂ, ਈਜ਼ੀਲੀ ਗੱਲਾਂ ਬਾਤਾਂ ਦੇ ਵਿੱਚ ਕੰਮ ਹੋ ਜਾਂਦਾ ਹੈ। ਕਦੀ ਵੀ ਜਿਹੜਾ ਆ ਵਾਇਲੈਂਸ ਤੱਕ ਨਹੀਂ ਪਹੁੰਚਦਾ ਹੈਗਾ, ਔਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਐਂਡ 70% ਕੇਸਿਸ ਅਸੀਂ ਗੱਲਬਾਤ ਦੇ ਵਿੱਚ ਹੀ ਨਿਬੇੜ ਲੈਂਦੇ ਹਾਂ, ਭਾਵੇਂ ਥੋੜਾ ਟਾਈਮ ਲੱਗ ਜਾਏ। ਸਿਸਟਮ 'ਚ ਗੱਲ ਉਦੋਂ ਜਾਂਦੀ ਹੈਗੀ ਜਦੋਂ ਅਗਲਾ ਬੰਦਾ ਪ੍ਰੋਪਰਲੀ ਅੜ ਜਾਂਦਾ ਹੈ, ਜਾਂ ਅਗਲਾ ਬੰਦਾ ਕਹਿੰਦਾ ਕਿ ਨਹੀਂ ਜੀ ਹੁਣ ਤੇ ਡੈਡ ਐਂਡ ਆ, ਮੈਂ ਛੱਡਣਾ ਹੀ ਨਹੀਂ, ਮੈਂ ਜਾਣਾ ਹੀ ਨਹੀਂ, ਇਹ 'ਚੋਂ ਨਿਕਲਣਾ ਹੀ ਨਹੀਂ, ਜਿੱਥੇ ਮੈਂ ਈਗੋ ਦੀ ਗੱਲ ਕਰਦਾ ਪਿਆ। ਸੋ ਉੱਥੇ ਫਿਰ ਆਪਾਂ ਜਾ ਕੇ ਸਿਸਟਮ ਦਾ ਸਹਾਰਾ ਲੈਣੇ ਹੈਗੇ। ਫਿਰ ਉੱਥੇ ਲੀਗਲ ਜਿਹੜੀ ਰਿਕੁਆਇਰਮੈਂਟਸ ਹੈਗੀਆਂ, ਜਿੱਦਾਂ ਕਿ ਚਾਹੇ ਪੁਲਿਸ ਕੰਪਲੇਂਟਸ ਹੋ ਗਈਆਂ, ਸਾਰਾ ਕੁਝ ਡਿਕਲੇਰੇਸ਼ਨਾਂ ਦਾਇਰ ਕਰਨੀਆਂ, ਸੋ ਇਹ ਵਾਲਾ ਸਟੈਪ ਜਿਹੜਾ ਉਦੋਂ ਆਉਂਦਾ ਹੈਗਾ। ਕਿਉਂਕਿ ਤੁਸੀਂ ਵੀ ਮੇਰਾ ਖਿਆਲ ਵਿੱਚ ਕੋਸ਼ਿਸ਼ ਕਰਦੇ ਹੋਣੇ ਆ ਕਿ ਜਲਦ ਤੋਂ ਜਲਦ, ਜਿੰਨੀ ਜਲਦੀ ਹੋ ਸਕੇ ਗੱਲਬਾਤ ਰਾਹੀਂ ਹੀ ਇਹਦਾ ਕੋਈ ਨਾ ਕੋਈ ਹੱਲ ਨਿਕਲ ਜਾਵੇ, ਨਹੀਂ ਤਾਂ ਫਿਰ ਕੋਰਟ ਕਚਹਿਰੀਆਂ ਦੇ ਚੱਕਰਾਂ ਦੇ ਵਿੱਚ ਪਿਆ ਆ। ਜਿੰਨੇ ਕੁ ਉਨੇ ਕੁ ਦੀ ਬਾਈਬਲ ਜ਼ਮੀਨ ਨਹੀਂ ਹੁੰਦੀ, ਜਿੰਨੇ ਕੁ ਇਧਰੋਂ ਉਧਰੋਂ ਭਾਜੀ ਹੁਣੀ ਲੈ ਜਾਂਦੇ ਆ। ਨਹੀਂ ਅਸੀਂ ਇਸੇ ਲਈ ਗੱਲਬਾਤ ਤੋਂ ਸਿਲਸਿਲਾ ਸ਼ੁਰੂ ਕਰਦੇ ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਸਿਸਟਮ ਹੈਗਾ ਹੈ, ਜਿਹੜਾ ਸੋਲੂਸ਼ਨ ਹੈ ਨਾ, ਇਹ ਹਰ ਕੋਈ ਅਫੋਰਡ ਕਰ ਸਕੇ। ਜੋ ਵੀ ਐਕਸਪੈਂਸਿਸ ਆਉਂਦੇ ਆ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਆਪਾਂ ਬਹੁਤ ਘੱਟ ਤੋਂ ਘੱਟ ਰੱਖ ਸਕੀਏ, ਕਿ ਅਗਲੇ ਬੰਦੇ ਦੇ ਅਪਰੋਚ ਦੇ ਵਿੱਚ ਹੋਵੇ, ਅਗਲਾ ਬੰਦਾ ਹਿੰਮਤ ਨਾ ਹਾਰ ਕੇ ਬਹਿ ਜਾਵੇ ਕਿ ਮੇਰੀ ਪੁਸ਼ਤੈਨੀ ਪ੍ਰਾਪਰਟੀ ਸੀ ਜਾਂ ਮੇਰੀ ਇੰਨੀ ਕਮਾਈ ਹੋਈ ਪ੍ਰਾਪਰਟੀ ਸੀਗੀ ਤੇ ਮੈਂ ਹੁਣ ਹਾਰ ਕੇ ਬਹਿ ਗਿਆ। ਸੋ ਉਹ ਇੱਕ ਡਿਪਰੈਸ਼ਨ ਦਾ ਕਾਰਨ ਵੀ ਬਣਦਾ, ਤੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇੰਨੇ ਹੀ ਰੇਟ ਬਣਾ ਕੇ ਦੱਸ ਦਈਏ ਜਾਂ ਸਟੈਪ ਤੇ ਪੈਸੇ ਲੈਣੇ ਸ਼ੁਰੂ ਕਰ ਦਈਏ ਕਿ ਅਗਲਾ ਬੰਦਾ ਅਫੋਰਡ ਹੀ ਨਾ ਕਰ ਸਕੇ ਤੇ ਦਿਲ ਹਾਰ ਕੇ ਬਹਿ ਜਾਏ। ਨੋ, ਅਸੀਂ ਉਸ ਚੀਜ਼ 'ਚ ਬਿਲੀਵ ਨਹੀਂ ਕਰਦੇ। ਰੀਸੈਂਟਲੀ ਜੇ ਆਪਾਂ ਕੋਈ ਕੇਸ ਦੀ ਗੱਲ ਕਰੀਏ, ਕਿਹੜਾ ਕੇਸ ਆਇਆ ਜਿਹੜਾ ਕਿ ਤੁਸੀਂ ਆਰਾਮ ਦੇ ਨਾਲ ਗੱਲਾਂ ਬਾਤਾਂ ਜਾਂ ਲੀਗਲ ਤਰੀਕੇ ਦੇ ਨਾਲ ਕਿਹੜਾ ਕੋਈ ਸੋਲਵ ਕੀਤਾ ਹੋਇਆ? ਓਕੇ, ਫਗਵਾੜੇ ਦੇ ਲਾਗੇ ਦੇ ਪਿੰਡ ਦੀ ਗੱਲ ਹੈਗੀ ਆ, ਤੇ ਉੱਥੇ ਜਿਹੜੇ ਪ੍ਰਾਪਰਟੀ ਦੇ ਓਨਰ ਹੈਗੇ ਆ, ਕਦੀ ਗਏ ਨਹੀਂ ਸੀ, ਬਜ਼ੁਰਗ ਲੋਕ ਹੈਗੇ ਸੀਗੇ। ਅੱਛਾ ਜੀ। ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਪ੍ਰਾਪਰਟੀ, ਦੋ ਪ੍ਰਾਪਰਟੀਆਂ ਸੀਗੀਆਂ, ਇੱਕ ਰੈਜ਼ੀਡੈਂਸ਼ੀਅਲ ਤੇ ਇੱਕ ਪਲਾਟ ਸੀਗਾ, ਤੇ ਉਹਨਾਂ ਨੂੰ ਪਤਾ ਲੱਗਾ ਕਿ ਉਸ ਪ੍ਰਾਪਰਟੀ ਦੇ ਉੱਤੇ ਕਬਜ਼ਾ ਹੋ ਗਿਆ ਆ। ਪਤਾ ਲੱਗਾ ਇੱਕ ਪ੍ਰਾਪਰਟੀ ਦੀ ਕੇਅਰ ਟੇਕਿੰਗ ਕਰ ਰਹੇ ਸੀਗੇ ਉਹਨਾਂ ਦੇ ਰਿਸ਼ਤੇਦਾਰ, ਤੇ ਦੂਜੀ ਪ੍ਰਾਪਰਟੀ ਜਿਹੜੀ ਆ ਉਹਨਾਂ ਨੇ ਇਦਾਂ ਹੀ ਛੱਡੀ ਸੀ, ਪਰ ਚਾਰ ਦੀਵਾਰੀ ਕਰਕੇ। ਸੋ ਉਸ ਪ੍ਰਾਪਰਟੀ ਦੇ ਨਾਲ ਕੋਈ ਬੰਦਾ ਹੈਗਾ ਸੀ ਜਿਹੜਾ ਉਹਦੇ ਬਾਹਰ ਕਿਸੇ ਨੂੰ ਕਹਿ ਰਿਹਾ ਸੀ ਕਿ ਤੂੰ ਇਹਦੇ ਬਾਹਰ ਦੁਕਾਨ ਖੋਲ ਲੈ। ਅੱਛਾ ਜੀ। ਦੁਕਾਨ ਖੋਲ ਲੈ, ਮੈਂ ਤੈਨੂੰ ਜ਼ਿੰਮੇਵਾਰੀ ਦਿੰਦਾ, ਤੂੰ ਦੁਕਾਨ ਖੋਲ ਲੈ। ਕਿਉਂਕਿ ਇੱਕ ਵਾਰੀ ਉੱਥੇ ਪੱਕਾ ਥੜਾ ਬਣ ਗਿਆ ਤੇ ਉਹ ਢਾਣਾ ਭਾਜੀ ਬਹੁਤ ਔਖਾ ਹੁੰਦਾ ਹੈ। ਜੀ ਜੀ। ਠੀਕ ਹੈ, ਸਾਨੂੰ ਰਾਤੋਂ ਰਾਤ ਪਤਾ ਲੱਗਾ, ਲੱਕੀਲੀ ਮੈਂ ਇੰਡੀਆ ਸੀਗਾ, ਸਾਨੂੰ ਰਾਤੋਂ ਰਾਤ ਪਤਾ ਲੱਗਾ, ਜੇ ਮੈਂ ਨਾ ਹੁੰਦਾ ਮੇਰੀ ਟੀਮ ਹੁੰਦੀ, ਰਾਤੋਂ ਰਾਤ ਪਤਾ ਲੱਗਿਆ। ਅਸੀਂ ਸਵੇਰੇ ਗੱਡੀ ਚੁੱਕੀ ਹੈ, ਅਸੀਂ ਜਿਹੜੇ ਵੀ ਮੁਖਤਲਿਫ ਬੰਦੇ ਹੈਗੇ ਸੀਗੇ ਰਿਪਿਊਟਡ, ਉਹਨਾਂ ਨੂੰ ਉੱਥੇ ਲੈ ਕੇ ਗਏ ਆ। ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨੂੰ ਛੱਡ ਦਿਓ। ਹੁਣ ਇੱਥੇ ਆ ਗਈ ਈਗੋ ਦੀ ਗੱਲ। ਅਸੀਂ ਕਿਹਾ ਵੀ ਆਪਾਂ ਸ਼ਾਮ ਨੂੰ ਫੇਰ ਚੈੱਕ ਕਰਨ ਆਵਾਂਗੇ ਭਾਜੀ ਜੀ, ਤੇ ਸ਼ਾਮੀ ਗਏ ਤੇ ਉੱਥੋਂ ਚੱਕਿਆ ਨਹੀਂ ਸੀ ਹੋਇਆ। ਫਿਰ ਅਸੀਂ ਪਿਆਰ ਨਾਲ ਉਹਨਾਂ ਨੂੰ ਕਿਹਾ ਕਿ ਇਹਨੂੰ ਪਲੀਜ਼ ਹਟਾ ਦਿਓ, ਤੇ ਉਹਨਾਂ ਨੇ ਫਿਰ ਹਟਾ ਦਿੱਤਾ। ਜਦੋਂ ਉਹਨਾਂ ਨੂੰ ਲੱਗਾ ਵੀ ਇਹ ਦੁਬਾਰਾ ਆ ਕੇ ਫੋਲੋ ਅਪ ਲੈ ਰਹੇ ਆ, ਇਹਨਾਂ ਨੇ ਸ਼ਾਮ ਨੂੰ ਆਏ, ਇਹਨਾਂ ਨੇ ਫਿਰ ਕੱਲ ਨੂੰ ਆ ਜਾਣਾ। ਠੀਕ ਹੈ, ਔਰ ਉਹ ਬੰਦਿਆਂ ਦਾ ਜਿਹੜਾ ਇੰਪ੍ਰੈਸ਼ਨ ਹੁੰਦਾ ਨਾ, ਉਹ ਮਾਇਨੇ ਰੱਖਦਾ ਹੁੰਦਾ। ਜਦੋਂ ਹੁਣ ਦੋ ਕੁ ਬੰਦੇ ਆਏ ਜੀ, ਦੋ ਕੁ ਸਾਈਕਲ ਤੇ ਆ ਗਏ, ਦੋ ਕੁ ਸਕੂਟਰਾਂ ਤੇ ਆ ਗਏ, ਮੋਟਰਸਾਈਕਲਾਂ ਤੇ ਆ ਗਏ, ਹਨਾ, ਫਿਰ ਉਹ ਗੱਲ ਨਹੀਂ ਬਣਦੀ। ਇੰਪ੍ਰੈਸ਼ਨ ਦਾ ਬਹੁਤ ਹੁੰਦਾ। ਅਗਲੇ ਬੰਦਿਆਂ ਦੇ ਸਾਹਮਣੇ 6 ਗੱਡੀਆਂ ਆ ਗਈਆਂ, ਠੀਕ ਹੈ, ਟੌਪ ਕਲਾਸ ਦੀਆਂ 6 ਗੱਡੀਆਂ ਸਾਹਮਣੇ, ਹਰ ਇੱਕ ਸਿਚੁਏਸ਼ਨ ਨੂੰ ਹੈਂਡਲ ਕਰਨ ਦਾ ਤਰੀਕਾ ਹੁੰਦਾ। ਹੁਣ 6 ਗੱਡੀਆਂ ਸਾਹਮਣੇ ਤੁਹਾਡੇ ਆ ਕੇ ਖਲੋ ਗਈਆਂ, ਵਿੱਚੋਂ ਇੱਕ ਇੱਕ ਬੰਦਾ, ਦੋ ਬੰਦੇ ਉਤਰਦੇ ਪਏ, ਉਹਨਾਂ ਨੂੰ ਪਤਾ ਡੀਲਰ ਹੈਗੇ, ਇਹਨਾਂ ਦਾ ਰੋਜ਼ ਦਾ ਕੰਮ ਹੈਗਾ। ਅਗਲਾ ਬੰਦਾ ਬੈਕ ਆਫ ਕਰ ਜਾਂਦਾ, ਜਗ੍ਹਾ ਛੱਡਦਾ, ਖਤਮ ਹੋ ਗਈ ਗੱਲ ਜੀ। ਸਾਨੂੰ ਇਹ ਹੈ ਵੀ ਸੋਲੂਸ਼ਨ ਨਿਕਲਣਾ ਚਾਹੀਦਾ, ਔਰ ਸਸਤੇ 'ਚ ਨਿਕਲਣਾ ਚਾਹੀਦਾ, ਔਰ ਪੀਸਫੁਲੀ ਨਿਕਲਣਾ ਚਾਹੀਦਾ। ਇਹੀ ਸਾਡਾ ਮੋਟੋ ਹੈਗਾ। ਅਸੀਂ ਨਾ ਤੇ ਵਾਇਲੈਂਸ 'ਚ ਪੈਂਦੇ ਆ, ਤੇ ਨਾ ਹੀ ਸਾਡੀ ਪਹਿਲੀ ਪ੍ਰਾਇੋਰਟੀ ਹੁੰਦੀ ਹੈ ਕਿ ਆਪਾਂ ਸਿਸਟਮ 'ਚ ਜਾਈਏ, ਪਰ ਜਾਈਏ ਤੇ ਲੀਗਲੀ ਜਾਈਏ। ਬਿਲਕੁਲ, ਕਿਉਂਕਿ ਸਿਸਟਮ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਆ ਕਿ ਗੱਲਬਾਤ ਰਾਹੀਂ ਜਿਹੜਾ ਇਹ ਜਿਹੜਾ ਨਿਪਟਾਰਾ ਹੋ ਜਾਵੇ ਇਹਨਾਂ ਚੀਜ਼ਾਂ ਦਾ। ਤੇ ਦੂਸਰੇ ਪਾਸੇ ਇਹੀ ਆ ਕਿ ਜੇ ਤੁਹਾਡੀ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹੈਗੀ ਆ, ਜ਼ਰੂਰ ਉਹਨਾਂ ਦੇ ਉੱਤੇ ਫੋਲੋ ਅਪ ਜ਼ਰੂਰ ਕਰਦੇ ਰਿਹਾ ਕਰੋ। ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ, ਜਾਂ ਕੋਈ ਇਹੋ ਜਿਹਾ ਬੰਦਾ ਉੱਥੇ ਜ਼ਰੂਰ ਛੱਡਿਆ ਕਰੋ ਜਿਹੜਾ ਕਿ ਮਾੜਾ ਮੋਟਾ ਖਿਆਲ ਰੱਖ ਸਕੇ। ਇਹ ਨਹੀਂ ਹੈਗਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਬੰਦੇ ਹੀ ਕਬਜ਼ਾ ਕਰ ਜਾਂਦੇ ਨੇ, ਜਾਂ ਸਾਰੇ ਬੰਦੇ ਹੱਥ ਦੀਆਂ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਪਰ ਕਿਤੇ ਨਾ ਕਿਤੇ ਕੁਛ ਸ਼ਰਾਰਤੀ ਆਨਸਰ ਤੇ ਜਦੋਂ ਫਿਰ ਇਹ ਜਿਹੜਾ ਪੈਸਾ ਆ, ਚੰਗੇ ਭਲੇ ਬੰਦੇ ਦਾ ਦਿਮਾਗ ਜਿਹੜਾ ਬਾਈਬਲੇ ਖਰਾਬ ਕਰ ਜਾਂਦਾ ਆ। ਤੇ ਸਪੈਸ਼ਲੀ ਜਦੋਂ ਉਹਨਾਂ ਨੂੰ ਪਤਾ ਹੋਵੇ ਕਿ ਗੁਰਤੇਜ ਭਾਈ ਹੁਣੀ ਤਾਂ ਬਾਹਰ ਸੈਟਲ ਆ, ਇਹਨਾਂ ਨੂੰ ਪੈਸੇ ਦੀ ਕੀ ਲੋੜ ਆ। ਠੀਕ ਨੇ ਭਾਜੀ, ਇਹਨਾਂ ਨੇ ਹੁਣ ਇੰਡੀਆ ਦੇ ਵਾਲੀ ਜ਼ਮੀਨ ਕੀ ਕਰਨੀ ਆ, ਇਹ ਤਾਂ ਸਾਡੇ ਨਿਆਣਿਆਂ ਨੂੰ ਛੱਡ ਦੇਣ, ਚੰਗੀ ਗੱਲ ਆ। ਜਦੋਂ ਇੱਥੇ ਇਹ ਪੁਆਇੰਟ ਆ ਜਾਂਦਾ, ਉਦੋਂ ਹਰ ਬੰਦਾ ਲਾਲਚੀ ਹੋ ਜਾਂਦਾ ਜੀ। ਤੇ ਇਸ ਤੋਂ ਇਲਾਵਾ ਭਾਜੀ ਜੇ ਆਪਾਂ ਗੱਲ ਕਰੀਏ ਕਿ ਹੁਣ ਦੁਬਾਰਾ
ਪ੍ਰੋਪਰਟੀਜ਼ ਨੂੰ ਲੈ ਕੇ ਜੇ ਅੱਜ ਤੋਂ 40-50 ਸਾਲ ਪਹਿਲਾਂ ਜਿਹੜੇ ਅੱਜ ਸਾਡੇ ਬਜ਼ੁਰਗ ਨੇ ਉਹਨਾਂ ਦੀ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦਾ ਇੱਕੋ ਹੀ ਰੁਝਾਨ ਸੀਗਾ, ਜਿੱਥੇ ਇੱਥੇ ਆਪਣਾ ਸਾਰਾ ਕੁਝ ਬਣਾਇਆ ਸਵਾਰਿਆ ਤੇ ਪੰਜਾਬ ਦੀ ਧਰਤੀ ਉੱਤੇ ਜ਼ਮੀਨਾਂ ਬਹੁਤ ਲਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਚਲੋ ਬਾਹਰਲੇ ਵੱਡੇ ਸ਼ਹਿਰਾਂ ਵੱਲ ਨੂੰ ਮੂਵ ਕਰ ਗਏ। ਇਸ ਸਮੇਂ ਕੀ ਰੁਝਾਨ ਹੈ ਪੰਜਾਬ ਦੇ ਵੱਲ ਨੂੰ, ਜਿਹੜੇ NRIs ਆ ਪ੍ਰੋਪਰਟੀਆਂ ਲੈ ਰਹੇ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੇਚ ਰਹੇ ਨੇ? ਭਾਜੀ ਦੇਖੋ, ਹਮੇਸ਼ਾ ਸਿਲਸਿਲਾ ਇਦਾਂ ਚੱਲਦਾ ਕਿ ਖਰੀਦਣ ਦਾ ਟਾਈਮ ਕਿਸੇ ਵੇਲੇ ਆਇਆ ਹੁੰਦਾ ਸੀ ਔਰ ਕਾਂਗਰਸ ਸਰਕਾਰ ਦੇ ਅਧੀਨ ਇਹ ਮਸਲਾ ਜ਼ਿਆਦਾ ਹੁੰਦਾ ਸੀ ਕਿ ਸੁਣਨ ਜਾਂਦਾ ਸੀ ਕਿ ਕਾਂਗਰਸ ਸਰਕਾਰ ਦੇ ਅਧੀਨ ਪ੍ਰਾਪਰਟੀ ਦੇ ਰੇਟ ਚੜ ਜਾਂਦੇ ਆ, ਪਰ ਉਹ ਵੀ ਅਫਵਾਹ ਹੁਣ ਜਿਹੜੀ ਹੈ ਚਕਨਾਚੂਰ ਹੋ ਗਈ ਹੈ। ਮੈਂ ਸਮਝਦਾ ਅੱਜ ਦੀ ਡੇਟ ਦੇ ਵਿੱਚ ਓਵਰਆਲ ਸਿਨੈਰੀਓ ਦੇਖੀਏ, ਇਕਨੋਮੀ ਦੇਖੀਏ ਐਂਡ ਕੋਵਿਡ ਕਰਕੇ ਇਦਾਂ ਦਾ ਕੰਮ ਬਣਿਆ ਹੋਇਆ ਕਿ ਜਿਹੜੇ ਵੇਚਣ ਜਾ ਰਹੇ ਆ ਉਹਨਾਂ ਨੂੰ ਵੀ ਜਿਹੜਾ ਮਾਯੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਵਿਕ ਰਹੇ ਆ ਤਾਂ ਸਿਰਫ ਛੋਟੇ ਪਲਾਟ, ਜਿਨ੍ਹਾਂ ਕੋਲ ਵੱਡੇ ਪਲਾਟ ਹੈਗੇ ਉਹਨੂੰ ਛੋਟੇ ਕਰਕੇ ਵੇਚ ਸਕਦੇ ਆ ਤੇ ਉਹ ਈਜ਼ੀਲੀ ਵਿਕ ਜਾਂਦੇ ਆ। ਬਟ ਪੇਸ਼ੈਂਸ ਇਜ਼ ਦ ਕੀ, ਤੁਹਾਨੂੰ ਪੇਸ਼ੈਂਸ ਰੱਖਣੀ ਪੈਣੀ ਹੈ, ਇਹ ਚੀਜ਼ ਆਰਾਮ ਨਾਲ ਹੋਣੀ ਹੈ ਔਰ ਉਹ ਸੋਨੇ ਦੇ ਭਾਅ ਵਾਲੇ ਕੰਮ ਨਾ ਲੱਭਿਓ। ਜੇ ਤੁਹਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਇਸ ਵੇਲੇ ਤੇ ਹੋਲਡ ਕਰ ਲਓ, ਜਿਹੜੀ ਚੀਜ਼ ਥੱਲੇ ਜਾਂਦੀ ਹੈ ਇੱਕ ਵਾਰ ਫਿਰ ਉੱਪਰ ਜ਼ਰੂਰ ਆਉਂਦੀ ਹੈ, ਠੀਕ ਹੈ। ਇਹ ਲਾਅ ਆਫ ਮੋਸ਼ਨ ਹੈਗਾ ਆ, ਸ਼ਾਇਦ ਸਾਇੰਸ ਮੈਂ ਨਹੀਂ ਪੜ੍ਹਿਆ ਪਰ ਇੰਨਾ ਕੁ ਮੈਨੂੰ ਪਤਾ। ਉਹਦੇ ਲਈ ਤੁਸੀਂ ਵੇਟ ਕਰ ਲਓ, ਪਰ ਜੇ ਤੁਸੀਂ ਡੈਸਪਰੇਟ ਹੈਗੇ ਹੋ, ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਐਂਡ ਤੁਸੀਂ ਕਹਿੰਦੇ ਆ ਕਿ ਸਾਨੂੰ ਰੇਟ ਵਗੈਰਾ ਪਤਾ ਕਰ ਦਿਓ, ਅਸੀਂ ਤੁਹਾਡੀ ਇਹਦੇ 'ਚ ਹੈਲਪ ਕਰ ਸਕਦੇ ਹਾਂ ਐਂਡ ਇਹ ਵੀ ਪਤਾ ਕਰਕੇ ਦੱਸ ਸਕਦੇ ਹਾਂ ਲੋਕੇਸ਼ਨ ਤੋਂ ਕਿ ਇਹ ਪ੍ਰਾਪਰਟੀ ਆਪਾਂ ਲੈ ਸਕਦੇ ਹਾਂ ਕਿ ਨਹੀਂ। ਹੁਣ ਪਿੰਡ ਦੀ ਜੇ ਆਪਾਂ ਗੱਲ ਕਰੀਏ ਤੇ ਪਿੰਡ ਦੀ ਜਿਹੜੀ ਐਗਰੀਕਲਚਰ ਪ੍ਰਾਪਰਟੀ ਹੈਗੀ ਆ, ਪਲਾਟ ਵੀ ਹੈਗੇ ਆ, ਉਹਨੂੰ ਆਪਾਂ ਵੇਚਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਪਰ ਜਿਨ੍ਹਾਂ ਨੇ ਕੋਠੀਆਂ ਪਾਈਆਂ ਹੋਈਆਂ ਪਿੰਡ ਦੇ ਵਿੱਚ, ਜਾਂ ਤੇ ਉਹਨੂੰ ਆਸੇ-ਪਾਸੇ ਦੇ ਪਿੰਡ ਦਾ ਕੋਈ ਬੰਦਾ ਖਰੀਦੇਗਾ ਜਾਂ ਉਸੇ ਪਿੰਡ ਦਾ। ਹੁਣ ਸ਼ਹਿਰੋਂ ਤੇ ਆ ਕੇ ਕੋਈ ਵਸਣ ਨਹੀਂ ਲੱਗਾ। ਜੀ ਜੀ, ਸ਼ਹਿਰ ਦੇ ਵਿੱਚ ਜਿਨ੍ਹਾਂ ਦੇ ਪਲਾਟ ਹੈਗੇ ਆ, ਸ਼ਹਿਰ 'ਚ ਕੋਠੀਆਂ ਹੈਗੀਆਂ, ਹਾਂਜੀ, ਉਹ ਜੇ ਕੋਈ ਉਹਦਾ ਬਾਇਰ ਲੱਭਦਾ ਹੈਗਾ ਛੋਟੀ ਕੋਠੀ ਦਾ, ਛੋਟੇ ਪਲਾਟ ਦਾ, ਤੇ ਉਹ ਹੱਸ ਕੇ ਵਿਕ ਜਾਂਦੀ ਹੈਗੀ ਹੈ। ਲੋਕਡਾਊਨ ਦੇ ਦੌਰਾਨ ਇੰਨੇ ਸਾਰੇ ਪਲਾਟ ਵਿਕੇ ਹੈਗੇ ਆ ਤੇ ਮੈਂ ਲਾਸਟ ਟਾਈਮ ਵੀ ਤੁਹਾਡੇ ਮੇਰਾ ਜ਼ਿਕਰ ਹੋਇਆ ਸੀ ਤੇ ਮੈਂ ਉਦੋਂ ਵੀ ਕਿਹਾ ਸੀ 4-5-6 ਮਰਲੇ ਦੇ ਜਿਹੜੇ ਪਲਾਟ ਹੈਗੇ ਆ ਉਹ ਹੱਸ ਕੇ ਵਿਕ ਜਾਂਦੇ, ਉਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਕਿਉਂ? ਹਾਂਜੀ ਸੌਰੀ, ਪਰ ਇੱਥੇ ਮੈਂ ਹੁਣ ਇੱਕ ਚੀਜ਼ ਪੁਆਇੰਟ ਆਊਟ ਕਰਨੀ ਚਾਹਾਂਗਾ ਕਿ ਕੁਝ ਵੀਰ ਸਾਡੇ ਕੋਲ ਆਏ ਸੀਗੇ ਲਾਸਟ ਟਾਈਮ ਜਿਨ੍ਹਾਂ ਦੇ ਪ੍ਰਾਪਰਟੀਆਂ ਜਿਹੜੀਆਂ ਹਾਈਵੇਜ਼ ਦੇ ਅੰਡਰ ਆ ਗਈਆਂ ਸੀਗੀਆਂ ਤੇ ਉਹਨਾਂ ਦੇ ਕੇਸਿਸ ਜਿਹੜੇ ਉਹ ਚੱਲ ਰਹੇ ਹੈਗੇ ਐਂਡ ਜ਼ਰੂਰ ਉਹਨਾਂ ਨੂੰ ਮੁਆਵਜ਼ਾ ਮਿਲਣਾ। ਮੁਆਵਜ਼ਾ ਜਿਹੜਾ ਰੁਕਿਆ ਹੋਇਆ ਉਹ ਸਿਰਫ ਕਿਸਾਨੀ ਸੰਘਰਸ਼ ਕਰਕੇ ਰੁਕਿਆ ਹੋਇਆ, ਕਿਉਂਕਿ ਕੁਝ ਇਲਾਕਿਆਂ ਦੇ ਜਿਹੜੇ ਕਿਸਾਨਾਂ ਦੀ ਜਿਹੜੀ ਜ਼ਮੀਨ ਇਹਦੇ ਅੰਡਰ ਆ ਗਈ ਸੀ ਉਹਨਾਂ ਨੇ ਨਾ ਕਰ ਦਿੱਤੀ ਆ ਤੇ ਜਦ ਤੱਕ ਉਹ ਸਾਰੀ ਜਗ੍ਹਾ ਦੀ ਹਾਂ ਨਹੀਂ ਹੁੰਦੀ ਉਦੋਂ ਤੱਕ ਸਰਕਾਰ ਨੇ ਜਿਹੜੇ ਆ ਉਹ ਮੁਆਵਜ਼ੇ ਜਿਹੜੇ ਆ ਉਹ ਦੇਣੇ ਨਹੀਂ ਹੈਗੇ। ਪਰ ਉਹ ਮੁਆਵਜ਼ੇ ਬਹੁਤ ਵੱਡੇ ਲੈਵਲ ਤੇ ਮਿਲੇ ਆ। ਅੱਜ ਦੀ ਡੇਟ 'ਚ ਜੇ ਤੁਸੀਂ ਕਿਸੇ ਚੈਨਲਾਂ ਤੇ ਸੁਣਦੇ ਹੋ, ਇੰਡੀਆ ਦੇ ਕਿਸੇ ਚੈਨਲਾਂ ਤੇ, ਪੰਜਾਬ ਦੇ ਚੈਨਲਾਂ ਤੇ ਸੁਣ ਰਹੇ ਹੋ ਕਿ ਮੁਆਵਜ਼ੇ ਘੱਟ ਮਿਲ ਰਹੇ ਹੈਗੇ, ਤੇ ਇਹਦਾ ਇੱਕ ਸਟੈਪ ਹੈਗਾ। ਫਸਟਲੀ ਤੁਹਾਨੂੰ ਕਲੈਕਟਰ ਰੇਟ ਦੇ ਹਿਸਾਬ ਨਾਲ ਹੀ ਪੈਸੇ ਅਲਾਟ ਹੁੰਦੇ ਆ ਸਰਕਾਰ ਵੱਲੋਂ, ਫਿਰ ਤੁਸੀਂ 2-3 ਸਟੈਪਸ ਦੇ ਵਿੱਚ ਇਹਨੂੰ ਅਪੀਲ ਕਰਦੇ ਆ, ਆਬਜੈਕਟ ਕਰਦੇ ਆ ਤੇ ਉਹ ਵੱਧਦਾ ਜਾਂਦਾ ਹੈ, ਠੀਕ ਹੈ। ਸੋ ਜੇ ਤੁਸੀਂ ਤੁਹਾਡੀ ਜ਼ਮੀਨ, ਹੁਣ ਰੀਸੈਂਟਲੀ ਦੀ ਖਬਰ ਦੱਸ ਰਹੇ ਆ, ਬਹੁਤ ਸਾਰੇ ਹਾਈਵੇਜ਼ ਬਣ ਰਹੇ ਆ ਪੰਜਾਬ ਦੇ ਵਿੱਚ ਜਿਹੜੇ ਹਾਲੇ ਤੁਸੀਂ ਸੁਣਨ ਵੀ ਨਹੀਂ ਹੋਗੇ, ਤੇ ਜੇ ਤੁਹਾਨੂੰ ਲੱਗਦਾ ਤੁਹਾਡੀ ਜ਼ਮੀਨ ਹਾਈਵੇ ਦੇ ਲਾਗੇ ਲੰਘ ਰਹੀ ਹੈ ਜਾਂ ਉਹਦੇ ਵਿੱਚ ਆ ਰਹੀ ਹੈ ਜਾਂ ਤੁਸੀਂ ਪਤਾ ਕਰਾਉਣਾ ਚਾਹੁੰਦੇ ਆ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ, ਕਿਉਂਕਿ ਤੁਹਾਨੂੰ ਉਹਨਾਂ ਨੇ ਅਖਬਾਰ ਦੇ ਗੈਜ਼ਟ ਦੇ ਵਿੱਚ ਕੱਢ ਦੇਣਾ। ਜੇ ਤੁਹਾਡੇ ਤੱਕ ਖਬਰ ਪਹੁੰਚੀ ਤੇ ਠੀਕ ਹੈ, ਨਹੀਂ ਪਹੁੰਚੀ ਤੇ ਉਹਨਾਂ ਨੇ ਜੋ ਵੀ ਅਲਾਟ ਰੇਟ ਕੀਤਾ ਹੋਇਆ ਸੀ, ਜਿਹੜਾ ਵੀ ਸਰਕਾਰੀ ਰੇਟ ਸੀ, ਉਹ ਮਿਲ ਜਾਣਾ। ਆਬਜੈਕਸ਼ਨ ਕਰਨ ਦਾ ਤੁਹਾਨੂੰ ਟਾਈਮ ਹੁੰਦਾ ਹੈ, ਹਾਂ NRI ਹੋਣ ਕਰਕੇ ਤੁਹਾਨੂੰ ਥੋੜਾ ਜਿਹਾ ਐਕਸਟਰਾ ਟਾਈਮ ਮਿਲ ਜਾਂਦਾ ਜਿਹੜਾ ਤੁਸੀਂ ਫਾਇਦਾ ਉਠਾ ਸਕਦੇ ਹੋ, ਪਰ ਆਬਜੈਕਸ਼ਨ ਤੇ ਕਰਨੀ ਪੈਣੀ ਹੈ ਨਾ। ਓਬਵੀਅਸਲੀ ਤੁਸੀਂ ਵੀ ਚਾਹੁੰਦੇ ਆ ਤੁਹਾਡੀ ਪ੍ਰਾਪਰਟੀ ਜਿਹੜੀ ਹੈਗੀ ਹੈ ਤਾਂ ਪੁਸ਼ਤੈਨੀ ਉਹਦਾ ਤੁਹਾਨੂੰ ਮੁਆਵਜ਼ਾ ਜ਼ਿਆਦਾ ਮਿਲੇ। ਜੀ। ਸੋ ਅਸੀਂ 6 ਲੱਖ ਦੀ ਪ੍ਰਾਪਰਟੀ ਨੂੰ ਤਕਰੀਬਨ 50 ਲੱਖ ਤੱਕ ਦਾ ਮੁਆਵਜ਼ਾ ਮਿਲਦੇ ਦੇਖਿਆ। ਵੀ 6 ਲੱਖ ਦਾ ਪਹਿਲਾਂ ਅਲਾਟ ਹੋਇਆ ਸੀ ਸਰਕਾਰੀ ਰੇਟ ਤੇ ਉਹਨਾਂ ਨੇ ਆਬਜੈਕਸ਼ਨ ਕਰਕੇ 50 ਲੱਖ ਤੱਕ ਲੈ ਗਏ ਸੀ। ਇਹ ਗੜ੍ਹ ਸ਼ੰਕਰ ਦੇ ਕਿਸੇ ਬੰਦੇ ਦੀ ਪ੍ਰਾਪਰਟੀ ਹੈਗੀ ਸੀ, ਸਾਡਾ ਉਹ ਕਲਾਇੰਟ ਨਹੀਂ ਸੀ ਹੈਗਾ, ਮੈਂ ਐਵੇਂ ਝੂਠ ਬੋਲਾਂਗਾ ਕਿ ਅਸੀਂ ਦਵਾਈ ਸੀ, ਨਹੀਂ, ਬਟ ਹਾਂਜੀ ਇਹ ਸ਼ੋਰਿਟੀ ਹੈਗੀ ਕਿ ਉਹਨੂੰ ਮਿਲੀ ਸੀਗੀ ਐਂਡ ਗੜ੍ਹ ਸ਼ੰਕਰ ਦਾ ਕੋਈ ਲੋਕਲਾਈਟ ਬੰਦਾ ਸੀਗਾ, ਇਹ ਚੀਜ਼ ਹੋਈ ਸੀਗੀ। ਬਟ ਫਿਰ ਮੈਂ ਕਹਿੰਦਾ ਤੁਸੀਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪ੍ਰਾਪਰਟੀ ਇਹਨਾਂ ਹਾਈਵੇਜ਼ ਦੇ ਅੰਡਰ ਆ ਰਹੀ ਹੈ ਜਾਂ ਤੁਹਾਨੂੰ ਸ਼ੰਕਾ ਹੈਗੀ, ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ, ਤੁਸੀਂ ਅੱਜ ਹੀ ਕੰਟੈਕਟ ਕਰ ਸਕਦੇ ਹੋ। ਅਸੀਂ ਤੁਹਾਡੇ ਬਿਹਾਫ ਦੇ ਉੱਤੇ ਅਸੀਂ ਇਸ ਚੀਜ਼ ਦਾ ਪਤਾ ਵੀ ਕਰਾ ਸਕਦੇ ਹਾਂ ਔਰ ਇਸ ਚੀਜ਼ ਦੇ ਉੱਤੇ ਆਬਜੈਕਸ਼ਨ ਵੀ ਦਾਇਰ ਕਰ ਸਕਦੇ ਹਾਂ ਤੇ ਤੁਹਾਨੂੰ ਪੂਰੀ ਅਸਿਸਟੈਂਸ ਦੇ ਸਕਦੇ ਹਾਂ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਮੁਆਵਜ਼ਾ ਮਿਲ ਸਕੇ। ਸੈਕੰਡਲੀ, ਜੇਕਰ ਤੁਹਾਡੇ ਕੋਲ ਛੋਟੇ ਪਲਾਟ ਹੈਗੇ ਆ ਐਂਡ ਤੁਸੀਂ ਉਹਨਾਂ ਨੂੰ ਵੇਚਣਾ ਚਾਹੁੰਦੇ ਆ ਤੇ ਉਹ ਹੱਸ ਕੇ ਵਿਕ ਜਾਂਦੇ ਆ, ਪੇਸ਼ੈਂਸ ਫਿਰ ਮੈਂ ਕਹਿੰਦਾ ਇੱਥੇ ਕੀ ਹੈਗੀ ਆ। ਜੀ ਬਿਲਕੁਲ ਸਹੀ ਗੱਲ ਆ। ਇਹ ਤੋਂ ਇਲਾਵਾ ਇੱਕ ਚੀਜ਼ ਜਿਹੜੀ ਆ ਬਹੁਤ ਜ਼ਿਆਦਾ, ਕਿਉਂਕਿ ਸਮਾਂ ਹੋ ਗਿਆ, ਕਿਉਂਕਿ ਸਮਟਾਈਮਸ ਇਹ ਹੁੰਦਾ ਕਿ ਅਚਨਚੇਤ ਕਿਸੇ ਦੀ ਕੋਈ ਅਕਾਲ ਚਲਾਣਾ ਕਰ ਜਾਂਦਾ, ਕੋਈ ਡੈਥ ਹੋ ਜਾਂਦੀ ਆ ਤੇ ਬੱਚੇ ਜਿਹੜੇ ਨੇ ਉਹਨਾਂ ਨੂੰ ਕੋਈ ਇੰਨਾ ਜ਼ਿਆਦਾ ਪ੍ਰੋਪਰਟੀਜ਼ ਦੇ ਵਿੱਚ ਪ੍ਰੋਪਰਟੀ ਦੇ ਬਾਰੇ ਪਤਾ ਨਹੀਂ ਹੁੰਦਾ ਪੰਜਾਬ ਦੀ ਧਰਤੀ ਦੇ ਉੱਤੇ, ਤੇ ਜਦੋਂ ਕਿਤੇ ਉਹ ਜਾਂਦੇ ਨੇ ਤੇ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਤਾਂ ਉਹ ਜਾਣਦਾ ਤੇ ਫਿਰ ਜਾਂ ਫਿਰ ਜਿਹੜਾ ਕਿਤੇ ਪੰਗਾ ਪਿਆ ਉਹਨਾਂ ਨੂੰ ਪਤਾ ਹੁੰਦਾ ਆ। ਸਾਨੂੰ ਪਤਾ ਕਿ ਚਲੋ ਕਿ ਸਿਸਟਮ ਉੱਥੇ ਕਿੱਦਾਂ ਆ, ਟਾਈਮ ਲੈਂਦਾ, ਕਿਉਂਕਿ ਉੱਥੇ ਇਹ ਨਹੀਂ ਕਿ ਸਿਸਟਮ ਦੇ ਵਿੱਚ ਕੋਈ ਕੰਮ ਨਹੀਂ ਕਰਦਾ, ਉੱਥੇ ਸਿਰਫ ਇਹ ਆ ਕਿ ਪੋਪੂਲੇਸ਼ਨ ਦੇ ਅਕੋਰਡਿੰਗ ਜਦੋਂ ਕੇਸਾਂ ਦੀ ਗੱਲਬਾਤ ਹੁੰਦੀ ਆ ਤਾਂ ਕਿਤੇ ਨਾ ਕਿਤੇ ਸਮਾਂ ਜਿਹੜਾ ਆ ਸੁਭਾਵਿਕ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਲੱਗ ਜਾਂਦਾ ਆ।
ਉਹਨਾਂ ਦੀ ਕੀ ਹੈਲਪ ਕਰ ਸਕਦੇ ਭਾਜੀ ਤੁਸੀਂ ਕਿ ਜੇ ਕਿਸੇ ਦੇ ਕੋਈ ਇਹੋ ਜਿਹੀ ਗੱਲਬਾਤ ਹੋ ਜਾਂਦੀ ਆ ਤਾਂ ਕਿੱਦਾਂ ਤੁਸੀਂ ਭਾਜੀ ਸਾਰਾ ਪਤਾ ਕਰਾਉਂਦੇ ਹੋ? ਦੇਖੋ, ਜਿਨ੍ਹਾਂ ਨੂੰ ਤਾਂ ਪਤਾ ਹੈਗਾ ਆ ਉਹਨਾਂ ਨੂੰ ਆਪਣੇ ਨਾਮ ਤੇ ਪ੍ਰਾਪਰਟੀ ਟ੍ਰਾਂਸਫਰ ਕਰਾਉਣੀ ਪੈਣੀ। ਇਹ ਨਹੀਂ ਹੁੰਦਾ ਕਿ ਜੇ ਮਾਲਕ ਦੀ ਮਰਗ ਹੋ ਗਈ ਹੈ ਤੇ ਆਪਣੇ ਆਪ ਪ੍ਰਾਪਰਟੀ ਟ੍ਰਾਂਸਫਰ ਹੋ ਜਾਣੀ ਹੈ। ਉਹ ਤੁਹਾਨੂੰ ਦਰਖਾਸਤ ਦੇਣੀ ਪੈਂਦੀ ਹੁੰਦੀ ਹੈ ਔਰ ਬਰਾਬਰ ਦੀ ਪ੍ਰਾਪਰਟੀ ਜਿਹੜੇ ਵੀ ਉਹਨਾਂ ਦੇ ਨੈਕਸਟ ਦਾ ਕਿਨ ਹੁੰਦੇ ਆ, ਮਦਰ ਐਂਡ ਬਾਕੀ ਜਿਹੜੇ ਬੱਚੇ, ਉਹਦੇ ਲਈ ਇੱਥੋਂ ਕੋਈ ਵਸੀਅਤ ਚਾਹੀਦੀ ਆ, ਪਹਿਲਾਂ ਵਸੀਅਤ ਬਣੀ ਹੋਣੀ ਚਾਹੀਦੀ ਹੈ ਜਾਂ ਫਿਰ ਇੰਡੀਆ ਦੇ ਲਾਅ ਦੇ ਅਕੋਰਡਿੰਗ ਉਹ ਸਿੱਧੇ ਹੀ ਆਪਣੇ ਮਾਂ-ਬਾਪ ਦੀ ਡੈਥ ਤੋਂ ਬਾਅਦ ਦੇ ਵਿੱਚ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਚੱਲਦੇ ਜਾਇਦਾਦ ਦੇ ਜ਼ਿੰਮੇਵਾਰ ਹੁੰਦੇ ਨੇ ਭਾਜੀ? ਦੇਖੋ, ਬਣ ਜਾਂਦੇ ਆ ਉਹ, ਮਤਲਬ ਉਹ ਹੱਕਦਾਰ ਉਹ ਹੁੰਦੇ ਆ, ਪਰ ਫਿਰ ਵੀ ਤੁਹਾਨੂੰ ਪੇਪਰ ਵਰਕ ਕਰਾਉਣਾ ਪੈਂਦਾ, ਆਪਣੇ ਨਾਂ ਤੇ ਜ਼ਮੀਨ ਚੜਾਉਣੀ ਪੈਂਦੀ ਆ। ਵਿਲ ਜਿਹੜੀ ਆ ਉਹ ਡਿਫਰੈਂਟ ਸਿਨੈਰੀਓ ਹੋ ਗਿਆ ਨਾ ਕਿ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਆ ਕਿ ਮੈਂ ਇੱਦਾਂ ਚਾਹੁੰਦਾ, ਪਰ ਉਹ ਵਿਲ ਜਿਹੜੀ ਆ ਫਿਰ ਇੰਡੀਆ 'ਚ ਰਜਿਸਟਰਡ ਹੋਣੀ ਚਾਹੀਦੀ ਹੈ। ਕਈਆਂ ਨੂੰ ਭੁਲੇਖਾ ਸੀਗਾ ਕਿ ਵਿਲ ਜਿਹੜੀ ਯੂਕੇ ਦੀ ਚੱਲ ਜਾਂਦੀ, ਉਹ ਯੂਕੇ ਦੀ ਵਿਲ ਬਣਾ ਕੇ ਉੱਥੇ ਰਜਿਸਟਰ ਕਰਾ ਕੇ ਬੈਠੇ ਰਹੇ। ਨਹੀਂ, ਉਹ ਵਿਲ ਇੰਡੀਆ 'ਚ ਰਜਿਸਟਰਡ ਹੋਣੀ ਚਾਹੀਦੀ ਸੀ, ਫਿਰ ਉਹ ਲਾਗੂ ਹੁੰਦੀ ਆ। ਵਿਲ 'ਚ ਇੱਕ ਹੋਰ ਪ੍ਰੋਬਲਮ ਹੁੰਦੀ ਆ, ਵਿਲ ਚੈਲੰਜ ਹੋ ਜਾਂਦੀ ਆ। ਅੱਛਾ ਜੀ। ਹਾਂ, ਵੀ ਕੋਈ ਵੀ ਖੜਾ ਹੋ ਕੇ ਕਹਿੰਦਾ ਵੀ ਨਹੀਂ ਇਹ ਤਾਂ ਜਾਲੀ ਵਿਲ ਹੈਗੀ ਆ, ਫਿਰ ਉੱਥੇ ਲੰਬਾ ਕੰਮ ਪੈ ਜਾਂਦਾ। ਸੋ ਬੈਟਰ ਇਹ ਹੈ ਕਿ ਜਿਉਂਦੇ ਜੀ ਜੋ ਤੁਸੀਂ ਕਰਨਾ ਹੈਗਾ ਉਹ ਕਰ ਜਾਓ, ਵਿਲ ਵਗੈਰਾ ਦੇ ਚੱਕਰਾਂ 'ਚ ਨਾ ਪਾਓ। ਕੱਲ੍ਹ ਇਹਦੀ ਕਨਫਿਊਜ਼ਨ ਕ੍ਰੀਏਟ ਕਰਨੀ ਹੈ, ਬਾਕੀ ਤੁਹਾਡੇ ਤੇ ਹੈਗਾ, ਤੁਸੀਂ ਵਿਲ 'ਚ ਟਰਸਟ ਕਰਦੇ ਤੁਸੀਂ ਉਹ ਕਰ ਲਓ, ਪਰ ਜਿਉਂਦੇ ਜੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰ ਦਿਓ, ਵੀ ਬਾਅਦ 'ਚ ਕਿਸੇ ਦਾ ਕੋਈ ਡਿਸਪਿਊਟ ਨਾ ਪਵੇ। ਤੁਹਾਡੇ ਜਿਉਂਦੇ ਜੀ ਸਾਹਮਣੇ ਤੁਸੀਂ ਜੋ ਕਿਸੇ ਨੂੰ ਦੇਣਾ ਹੈ ਉਹ ਤੁਸੀਂ ਕਰ ਸਕਦੇ ਆ। ਇਟਸ ਅ ਵੈਰੀ ਈਜ਼ੀ ਸਟੈਪ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਘਰੇ ਬੈਠੇ ਤੁਹਾਡਾ ਕੰਮ ਹੋ ਜਾਂਦਾ। ਬਿਲਕੁਲ ਸਹੀ ਗੱਲ ਆ। ਤੇ ਇਸ ਤੋਂ ਇਲਾਵਾ ਕਿਉਂਕਿ ਸਾਨੂੰ ਪਤਾ ਹੀ ਆ ਕਿ ਜਿਹੜਾ ਸਮਾਂ ਆ ਉਹ ਆਪਣੀ ਚਾਲ ਚੱਲਦਾ ਜਾ ਰਿਹਾ, ਪਤਾ ਵੀ ਨਹੀਂ ਲੱਗਾ ਕਿ ਭਾਜੀ ਹੁਣੀ ਕਦੋਂ ਕਿਹੜੀਆਂ ਪੰਜਾਬ ਦੀਆਂ ਕਿਹੜੀਆਂ ਜ਼ਮੀਨਾਂ ਕਿਹਨੂੰ ਦਬਾ ਗਏ ਆ। ਤੇ ਵੀਰ ਜੀ, ਗੱਲ ਇਹ ਆ ਕਿ ਇਸ ਸਮੇਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਤੋਂ ਬਾਹਰ ਇੱਕ ਚੀਜ਼ ਜਿਹੜੀ ਆ ਤੁਸੀਂ ਮੈਂਸ਼ਨ ਵੀ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਮੁਆਵਜ਼ੇ ਕਿਤੇ ਨਾ ਕਿਤੇ ਰੁਕੇ ਹੋਏ ਨੇ, ਜਿਨ੍ਹਾਂ ਨੂੰ ਮਿਲਣੇ ਸੀਗੇ ਉਹ ਕਿਸਾਨੀ ਸੰਘਰਸ਼ ਕਰਕੇ ਰੁਕੇ ਹੋਏ ਨੇ। ਤਾਂ ਜਿਨ੍ਹਾਂ ਵੀਰਾਂ ਦੇ ਰੁਕੇ ਹੋਏ ਨੇ, ਮੇਰਾ ਖਿਆਲ ਆ ਬਈ ਉਹ ਵੀ ਇਸ ਸਮੇਂ ਮਾਈਂਡ ਨਹੀਂ ਕਰ ਰਹੇ ਹੋਣਗੇ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਇਸ ਜ਼ਮੀਨ ਦੇ ਕਰਕੇ ਹੀ ਜੇ ਕਿਤੇ ਅੱਜ ਇਸ ਸੰਘਰਸ਼ ਨੂੰ ਤੁਲ ਮਿਲੀ ਆ, ਜੇ ਇਹ ਸੰਘਰਸ਼ ਕੋਈ ਵਿੱਢਿਆ ਗਿਆ ਤਾਂ ਉਹਨਾਂ ਜ਼ਮੀਨਾਂ ਨੂੰ ਲੈ ਕੇ ਹੀ ਵਿੱਢਿਆ ਗਿਆ ਆ। ਇਹ ਇਕੱਲੀ ਗੱਲ ਹੁਣ ਲੜਾਈ ਜ਼ਮੀਨਾਂ ਦੀ ਨਹੀਂ ਹੈਗੀ, ਹੋਂਦ ਦੀ ਲੜਾਈ ਆ। ਇਹਦੇ ਵਿੱਚ ਕਿਸੇ ਨੇ ਵੀ ਤੀੜੀ ਨਹੀਂ ਪਾਉਣੀ, ਮੱਥੇ ਵੱਟ ਨਹੀਂ ਪਾਉਣਾ। ਵੱਧ ਤੋਂ ਵੱਧ ਜਿਹੜੀ ਸਪੋਰਟ ਆ ਕਿਸਾਨੀ ਸੰਘਰਸ਼ ਨੂੰ ਕਰਨੀ ਆ, ਕਿਉਂਕਿ ਕਿਤੇ ਨਾ ਕਿਤੇ ਚਾਹੇ ਆਪਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ, ਉਸ ਕਿਸਾਨੀ ਤੋਂ ਹੀ ਸਾਰਾ ਕੁਝ ਜਿਹੜਾ ਤਾਰਮਦਾਰ ਆ ਦੁਨੀਆ ਦਾ ਚੱਲਦਾ ਆ। ਤੇ ਆਖਿਰ ਦੇ ਵਿੱਚ ਭਾਜੀ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗਾ, ਜੋ ਵੀ ਕਰਨਾ ਸੋਚ ਸਮਝ ਕੇ ਕਰੋ ਐਂਡ ਕਨਫਿਊਜ਼ਨ 'ਚ ਨਾ ਪਾਓ। ਜੇ ਤੁਹਾਨੂੰ ਲੱਗਦਾ ਤੁਹਾਡੀ ਪ੍ਰਾਪਰਟੀ ਤੇ ਕਬਜ਼ਾ ਹੋ ਰਿਹਾ, ਇੰਸਟੈਂਟਲੀ ਸਾਨੂੰ ਕਾਲ ਕਰੋ, ਸਾਨੂੰ ਦੱਸੋ ਕਿ ਇਹ ਹੋ ਰਿਹਾ। ਸਾਡੀ ਟੀਮ ਇੰਡੀਆ 'ਚ ਆਲਵੇਜ਼ 24/7 ਰੈਡੀ ਹੁੰਦੀ ਆ ਇੱਦਾਂ ਦੇ ਮਸਲਿਆਂ ਦੇ ਵਿੱਚ, ਕਿਉਂਕਿ ਤੁਹਾਡੀ ਪ੍ਰਾਪਰਟੀ ਦਾ ਮਾਮਲਾ ਲੱਖਾਂ ਕਰੋੜਾਂ ਦੀ ਵੀ ਹੋ ਸਕਦੀ ਹੈ। ਪਲੱਸ ਕੋਈ ਵੀ ਕਿਸੇ ਵੀ ਤਰੀਕੇ ਦਾ ਡਾਕੂਮੈਂਟੇਸ਼ਨ ਤੁਸੀਂ ਘਟਾਉਣਾ ਚਾਹੁੰਦੇ ਹੋ, ਕਰੈਕਸ਼ਨ ਕਰਾਉਣੀ ਚਾਹੁੰਦੇ ਹੋ, ਵੀ ਆਰ ਆਲਵੇਜ਼ देयर, ਪਾਵਰ ਆਫ ਟਰਨਿੰਗ, ਐਨੀਥਿੰਗ ਤੁਸੀਂ ਇੰਡੀਆ ਦੀ ਪ੍ਰਾਪਰਟੀ ਦੇ ਰਿਲੇਟਡ ਕਰਨਾ ਚਾਹੁੰਦੇ ਹੋ, UK NRI ਸਰਵਿਸਿਜ਼ ਹਮੇਸ਼ਾ ਤੁਹਾਡੇ ਲਈ ਹਾਜ਼ਰ ਹੈ। ਬਿਲਕੁਲ, ਤੁਸੀਂ ਪ੍ਰੋਗਰਾਮ ਵਿੱਚ ਆਏ ਤੇ ਪ੍ਰੋਗਰਾਮ ਵਿੱਚ ਆ ਕੇ ਬਹੁਤ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਪਫੁਲੀ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਭਾਜੀ ਹੁਣਾਂ ਨੂੰ ਸੱਦ ਕੇ ਹੋਰ ਵੀ ਅਪਡੇਟ ਲੈਂਦੇ ਰਵਾਂਗੇ। ਜੇ ਤੁਹਾਡੇ ਕੋਲ ਭਾਜੀ ਹੁਣਾਂ ਨੇ ਦੱਸ ਹੀ ਦਿੱਤਾ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆ, ਤਾਂ UK NRI ਸਰਵਿਸਿਜ਼ ਤੁਹਾਡੇ ਲਈ ਹਮੇਸ਼ਾ ਕੀ ਕਹਿੰਦੇ ਹੁੰਦੇ ਆ ਬਈ ਉਪਲਬਧ ਹੈਗੇ ਆ, UK ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ। ਪ੍ਰੋਗਰਾਮ ਕਰਦਿਆਂ ਤੋਂ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਬੋਲ ਗਏ ਹੋਈਏ, ਉਹਦੇ ਲਈ ਦੋਨੇ ਹੱਥ ਜੋੜ ਕੇ ਮਾਫੀ। ਤੁਸੀਂ ਰੱਖਿਓ ਆਪੋ ਆਪਣਾ ਖਿਆਲ। ਲੋਕਡਾਊਨ ਚੱਲਦਾ ਆ, ਗਵਰਨਮੈਂਟ ਦੀਆਂ ਗਾਈਡਲਾਈਨਸ ਦਾ ਖਿਆਲ ਰੱਖਣਾ ਨਾਲ ਦੀ ਨਾਲ, ਤੇ ਆਪਣਾ ਆਪਣੇ ਆਂਢ ਗੁਆਂਢ ਦਾ। ਤੇ ਆਪਾਂ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।